ਕਹਿੰਦੇ ਪੰਜਾਬ 'ਚ ਆਪਰੇਸ਼ਨ ਲੋਟਸ ਆਇਆ, ਕਹਿੰਦੇ ਜਾਂਚ ਕਰਾਂਗੇ, ਜਾਂਚ ਕਰਨ ਤੋਂ ਬਾਅਦ ਕਹਿੰਦੇ ਸਬੂਤ ਦੇਵਾਂਗੇ, ਕਹਿੰਦੇ ਸਬੂਤ ਦੇਵਾਂਗੇ ਤਾਂ ਹੁਣ ਕਹਿੰਦੇ ਸਦਨ 'ਚ ਰੱਖਾਂਗੇ। ਇੱਕ ਦਿਨਾਂ ਵਿਧਾਨ ਸਭਾ ਇਜਲਾਸ ਦਾ ਰੌਲਾ ਬਹੁਤ ਪੈ ਰਿਹਾ ਤੇ ਰਾਜਨੀਤੀ ਬਹੁਤ ਹੋ ਰਹੀ ਹੈ। ਮੈਂ KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਜਸਟ ਟੀਵੀ ਤੁਸੀਂ ਦੇਖ ਰਹੇ ਹੋ। ਇੱਕ ਦੂਜੇ ਨੂੰ ਕਹਿ ਰਹੇ ਇਹ ਡਰਾਮਾ ਕਰਦਾ ਪਿਆ, ਉਹ ਡਰਾਮਾ ਕਰਦਾ ਪਿਆ। ਹੁਣ ਮੈਨੂੰ ਨਹੀਂ ਸਮਝ ਆ ਰਹੀ ਕੌਣ ਡਰਾਮਾ ਕਰਦਾ। ਮੈਂ ਪੁੱਛੂੰਗਾ ਕੌਣ ਕਰ ਰਿਹਾ ਡਰਾਮਾ। ਪਹਿਲਾਂ ਬਿਆਨ ਸੁਣ ਲਈਏ ਕਿ ਕਿਵੇਂ ਇਹਨਾਂ ਨੇ ਸਾਡੇ MLAs ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਪੈਸੇ ਦਾ ਲਾਲਚ ਜਾਂ ਹੋਰ ਕਿਸਮ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪੰਜਾਬ ਦੇ ਲੋਕਾਂ ਦੁਆਰਾ ਭਾਰੀ ਬਹੁਮਤ ਨਾਲ ਚੁਣੀ ਹੋਈ ਮਨਪਸੰਦ ਸਰਕਾਰ ਨੂੰ ਤੋੜਿਆ ਜਾ ਸਕੇ। ਇਸ ਵਿਸ਼ਵਾਸ ਮਤ ਨੂੰ ਕਾਨੂੰਨੀ ਤੌਰ ਤੇ ਦਿਖਾਉਣ ਲਈ ਅਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ 22 ਤਰੀਕ ਨੂੰ ਬੁਲਾ ਰਹੇ ਹਾਂ। ਜਿਹੜਾ ਸਦਨ ਸੱਦਿਆ, ਜਿਹੜਾ ਸੈਸ਼ਨ ਬੁਲਾਇਆ, ਇਹਦਾ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਨਾਲ ਵਿਰੋਧ ਕਰਦੀ ਹੈ ਔਰ ਮੈਨੂੰ ਲੱਗਦਾ ਹੈ ਗੈਰ ਜ਼ਰੂਰੀ ਸੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਇਸ ਫਰਜ਼ੀ ਸੈਸ਼ਨ ਦਾ ਬਾਈਕਾਟ ਕਰਦੀ ਹੈ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਜਨਤਾ ਦੇ ਅੰਦਰ ਇਹਨਾਂ ਨੂੰ ਬੇਨਕਾਬ ਕਰਨ ਦੇ ਲਈ ਕੱਲ ਵਿਧਾਨ ਸਭਾ ਦਾ ਘੇਰਾਵ ਕਰੇਗੀ। ਇਹ ਘੋਸ਼ਣਾ ਮੈਂ ਤੁਹਾਡੇ ਮਾਧਿਅਮ ਨਾਲ ਕਰਦਾ। ਠੀਕ 10 ਵਜੇ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਵਾਂਗੇ ਔਰ ਜਿਹੜਾ ਅਗਲਾ ਨਿਰਣੇ ਹੋਏਗਾ, ਅਗਲਾ ਫੈਸਲਾ ਹੋਏਗਾ, ਉਹ ਪੰਜਾਬ ਵਿਧਾਨ ਸਭਾ CLP ਦਾ ਜਿਹੜਾ ਸਾਡਾ ਆਫਿਸ ਹੈ ਉਹਦੇ ਵਿੱਚ ਬੈਠ ਕੇ ਸਭ ਦੀ ਸਲਾਹ ਮਸ਼ਵਰੇ ਦੇ ਨਾਲ ਜੋ ਫੈਸਲਾ CLP ਲੀਡਰ ਪ੍ਰਤਾਪ ਸਿੰਘ ਬਾਜਵਾ ਲੈਣਗੇ ਉਹ ਕੀ ਕਰਨਾ ਹੈ ਕੱਲ ਦੇ ਸੈਸ਼ਨ ਦੇ ਮੁਤਲਕ ਉਹ ਫਿਰ ਦੱਸਿਆ ਜਾਏਗਾ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ। ਵੱਡਾ ਸਵਾਲ ਇਹ ਹੈ, ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਫਜ਼ੂਲ ਖਰਚੀ ਦੱਸਣ ਵਾਲੇ ਇਲਜ਼ਾਮਾਂ 'ਚ ਕਿੰਨਾ ਦਮ ਹੈ? ਇਸ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਾਰਫ ਕਰਾਉਂਦੇ ਆ। ਭਗਵੰਤ ਮਾਨ ਹਰ ਜਿਹੜਾ ਤੁਸੀਂ ਬਿਆਨ ਸੁਣਿਆ ਸੀ ਉਹ ਪੁਰਾਣਾ, ਕਿਉਂਕਿ ਨਵਾਂ ਹਜੇ ਤੱਕ ਕੁਛ ਆਇਆ ਨਹੀਂਗਾ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਬਹੁਤ ਹੀ ਸੀਨੀਅਰ ਆਗੂ ਨੇ ਸੰਘੇੜਾ ਸਾਹਿਬ, ਜਿਹੜੇ ਫਾਊਂਡਰ ਮੈਂਬਰ ਆ ਉਹਨਾਂ ਵਿੱਚ ਸ਼ਾਮਲ ਹੈ। ਤੇ ਜਦੋਂ ਇਹੋ ਜਿਹੀ ਮੁਸ਼ਕਲ ਡਿਬੇਟ ਹੁੰਦੀ ਹੈ ਤੇ ਸੰਘੇੜਾ ਸਾਹਿਬ ਨੂੰ ਉਹਨਾਂ ਦੀ ਪਾਰਟੀ ਭੇਜਦੀ ਹੈ। ਜਗਤਾਰ ਸਿੰਘ ਸੰਘੇੜਾ ਤੁਹਾਡਾ ਬਹੁਤ ਸਵਾਗਤ ਹੈ ਸਰ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਚੀਫ ਸਪੋਕਸਪਰਸਨ ਹੈ ਤੇ ਦਿੱਲੀ ਦੀ ਪੋਲਿਟਿਕਸ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਤੇ ਪੰਜਾਬ ਦੀ ਪੋਲਿਟਿਕਸ ਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਖੁਦ ਵਕੀਲ ਹੈ, ਇਸ ਕਰਕੇ ਇਹਨਾਂ ਨੂੰ ਜ਼ਿਆਦਾ ਕੁਝ ਪਤਾ ਹੈ ਕਿ ਜਾਂਚ ਵਿੱਚ ਹੋਇਆ ਕੀ ਹੈ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਪਰਮਵੀਰ ਸਿੰਘ ਇਹ ਵੀ ਐਡਵੋਕੇਟ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਕੀ ਹੈ ਇਸ ਪੂਰੇ ਮੁੱਦੇ ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਕਿਹਾ ਜਾ ਰਿਹਾ ਕਿ BJP ਦੀ ਬੋਲੀ ਬੋਲਦੇ ਪਏ ਨਾ, ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਦੀ ਬੋਲੀ ਕੀ ਹੈ ਇਹਨਾਂ ਦੀ। ਪਰਮਵੀਰ ਜੀ ਤੁਹਾਡਾ ਬਹੁਤ ਸਵਾਗਤ ਹੈ। ਸੰਜੇ ਕਪੂਰ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਬਹੁਤ ਹੀ ਸੀਨੀਅਰ ਆਗੂ ਨੇ। ਸੰਜੇ ਕਪੂਰ ਜੀ ਇਹਨਾਂ ਦੀ ਪਾਰਟੀ ਨੇ ਇਹਨਾਂ ਨੂੰ ਕਿਉਂ ਭੇਜਿਆ ਮੈਨੂੰ ਨਹੀਂ ਪਤਾ ਗਾ। ਸੰਜੇ ਕਪੂਰ ਆਪਦੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਡਿਫੈਂਡ ਕਰਦੇ ਆ, ਪਰ ਇਹਨਾਂ ਨੂੰ ਪੈਸਾ ਦਾ ਹਿਸਾਬ ਤਾਂ ਬਹੁਤ ਪਤਾ, ਇਸ ਕਰਕੇ ਹੋ ਸਕਦਾ ਸੰਜੇ ਕਪੂਰ ਹਰਾਂ ਨੂੰ ਭੇਜਿਆ ਹੋਵੇ। ਸੰਜੇ ਕਪੂਰ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ। ਸਭ ਤੋਂ ਪਹਿਲਾਂ ਸਵਾਲ ਜਗਤਾਰ ਸਿੰਘ ਸੰਘੇੜਾ ਤੁਹਾਨੂੰ ਕਰਨਾ ਚਾਹੂੰਗਾ। ਸੰਘੇੜਾ ਸਾਹਿਬ, ਕੋਈ ਨਹੀਂ ਕਹਿੰਦਾ ਹੁੰਦਾ ਮੈਂ ਡਰਾਮਾ ਕਰਦਾ, ਤੁਸੀਂ ਵੀ ਨਹੀਂ ਕਰਦੇ ਹੋਵੋਗੇ, ਜ਼ਾਹਿਰ ਜੀ ਗੱਲ ਹੈ। ਸਰ ਡਰਾਮਾ ਕਰ ਕੌਣ ਰਿਹਾ ਸੰਘੇੜਾ ਸਾਹਿਬ? ਦੇਖੋ ਜੀ, ਅਸੀਂ ਤਾਂ ਅਫੀਸ਼ੀਅਲ ਐਕਸਰਸਾਈਜ਼ ਕਰ ਰਹੇ ਹਾਂ, ਵਿਧਾਨ ਸਭਾ ਦਾ ਸੈਸ਼ਨ ਬੁਲਾ ਰਹੇ ਹਾਂ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਆ ਸਭ ਤੋਂ ਪਿਓਰ ਤੇ ਸਭ ਤੋਂ ਟਰਾਂਸਪੇਰੈਂਟ ਐਕਟੀਵਿਟੀ ਆ। ਅਸੀਂ ਤਾਂ ਸਾਰਾ ਓਪਨ ਵੀ ਕਰਤਾ ਹੈ। ਮੈਂ ਸਰ ਤੁਹਾਡੇ ਬਾਰੇ ਤਾਂ ਪੁੱਛਿਆ ਨਹੀਂ ਸੰਘੇੜਾ ਸਾਹਿਬ, ਮੈਂ ਤਾਂ ਕਹਿ ਰਿਹਾ ਨਾ ਤੁਸੀਂ ਥੋੜੀ ਡਰਾਮਾ ਕਰ ਸਕਦੇ ਹੋ ਸਰ। ਕੋਈ ਥੋੜੀ ਕਹਿੰਦਾ ਮੈਂ ਡਰਾਮਾ ਕਰਦਾ। ਇਹ ਸਰ ਵਿਰੋਧੀ ਜਿਹੜੇ ਸਵਾਲ ਵਿਰੋਧੀਆਂ ਦੇ, ਮੈਂ ਤਾਂ ਇਹ ਪੁੱਛ ਰਿਹਾ ਸਰ ਡਰਾਮਾ ਕਰ ਕੌਣ ਰਿਹਾ ਸਰ? ਕਿਤੇ ਮੈਂ ਤਾਂ ਨਹੀਂ ਕਰਦਾ। ਮੈਂ ਦੱਸ ਰਿਹਾ ਨਾ, ਜਿਹੜੇ ਕਹਿੰਦੇ ਆ ਨਾਲੇ ਕਹੀ ਜਾਂਦੇ ਆ ਗੈਰ ਜ਼ਰੂਰੀ ਹੈ, ਨਾਲੇ ਕਹਿ ਰਹੇ ਨੇ ਫਰਜ਼ੀ ਹੈ ਸੈਸ਼ਨ। ਇਹਦੇ ਨਾਲ ਇੱਕ ਤਾਂ ਸਾਬਤ ਹੋ ਗਿਆ ਨਾ, ਸੈਸ਼ਨ ਬੁਲਾਉਣ ਦੀ ਮੰਗ ਹੁੰਦੀ ਸੀ, ਸੈਸ਼ਨ ਨਾ ਬੁਲਾਉਣ ਦੀ ਪਹਿਲੀ ਵਾਲੀ ਭਾਰਤੀ ਜਨਤਾ ਪਾਰਟੀ ਮੰਗ ਕਰ ਰਹੀ ਹੈ। ਇਹ ਇੱਕ ਇੰਡੀਕੇਸ਼ਨ ਆ ਕਿ ਆਮ ਆਦਮੀ ਪਾਰਟੀ ਸੰਘੇੜਾ ਸਾਹਿਬ ਸੈਸ਼ਨ ਬੁਲਾਉਣ ਦੀ ਗੱਲ ਹੁੰਦੀ ਸੀ, ਪਰ ਸੈਸ਼ਨ ਕਿਹੜੇ ਮੁੱਦੇ ਤੇ ਬੁਲਾਉਣ ਦੀ ਮੰਗ ਕੀਤੀ ਜਾ ਰਹੀ ਹੈ? ਸੰਘੇੜਾ ਸਾਹਿਬ ਸੈਸ਼ਨ ਕਿਹੜੇ ਮੁੱਦੇ ਤੇ ਬੁਲਾਉਣ ਦੀ ਮੰਗ ਕੀਤੀ ਉਹ ਤਾਂ ਨਹੀਂ ਮੰਨੀ ਨਾ ਆਪਾਂ। ਸੰਘੇੜਾ ਸਾਹਿਬ ਇਹ ਤਾਂ ਤੁਹਾਨੂੰ ਲੱਗਿਆ ਕਿ ਇਹਨੇ ਬੁਲਾ ਲੈਣਾ ਚਾਹੀਦਾ, ਸੱਦ ਲਿਆ ਤੁਸੀਂ। ਨਹੀਂ ਦੇਖੋ, ਤੁਸੀਂ ਕਾਂਗਰਸ ਪਾਰਟੀ ਕੀ ਕਹਿ ਰਹੀ ਆ ਕਿ CLP ਦੇ ਕਮਰੇ 'ਚ ਬੈਠਾਂਗੇ, ਅਸੀਂ ਉੱਥੇ ਜੋ ਫੈਸਲਾ ਹੋਊਗਾ ਉਹ ਕਰਾਂਗੇ। ਮੀਨਸ ਜੋ ਡਰਾਮਾ ਕਰਨ ਦਾ ਫੈਸਲਾ ਹੋਇਆ ਉਹ ਕਰਾਂਗੇ।
ਜਿੱਥੇ ਅਸੀਂ ਕਰਪਸ਼ਨ ਦੇ ਕੇਸ ਕਰਦੇ ਆ ਉੱਥੇ ਵੀ ਡਰਾਮਾ ਕਰਦੇ ਆ, ਚਲੋ। ਪ੍ਰੈਸ ਕਾਨਫਰੰਸ ਸੱਦ ਲੈਂਦੇ ਆ, ਸੰਭਾਵਿਤ ਦੋਸ਼ੀ ਨੂੰ ਵਿਚਕਾਰ ਬਿਠਾ ਲੈਂਦੇ ਆ, ਚਲੋ, ਅਗਲੇ ਦਿਨ ਠੀਕ, ਅੰਦਰੋਂ ਠੀਕ, ਇਹਦਾ ਫਿਰ ਨਵਾਂ ਲੈ ਆਉਂਦੇ ਆ। ਠੀਕ ਹੈ ਮਤਲਬ ਇਹ ਡਰਾਮੇ ਕਾਂਗਰਸ ਕਰ ਰਹੀ ਆ ਜਾਂ ਚਲੋ। ਬੀਜੇਪੀ ਕਰ ਰਹੀ ਆ, ਸ਼੍ਰੋਮਣੀ ਅਕਾਲੀ ਦਲ ਵੀ ਕਰ ਰਿਹਾ ਆ, ਪਰ ਉਹ ਥੋੜੀ ਉਹਨਾਂ ਨੇ ਕਿਉਂਕਿ 5 ਸਾਲ ਤਿੰਨੇ ਪਾਰਟੀਆਂ ਬਾਕੀ ਡਰਾਮਾ ਕਰਦੀਆਂ। ਮੈਂ ਤਾਂ ਇਹੀ ਪੁੱਛਣਾ ਅੱਜ, ਮੈਂ ਪਹਿਲਾਂ ਉਸ ਤੋਂ ਬਾਅਦ ਅੱਗੇ ਜਾਊਂਗਾ। ਸੰਜੇ ਕਪੂਰ ਜੀ, ਜਦੋਂ ਇਹ ਸੈਸ਼ਨ ਅਨਾਉਂਸ ਹੋਇਆ ਸੀਗਾ ਬੀਜੇਪੀ ਦੇ ਸਪੋਕਸਪਰਸਨ ਨੂੰ ਮੇਰਾ ਪਹਿਲਾ ਸਵਾਲ ਇਹ ਸੀਗਾ ਤੁਹਾਡੇ ਵਿਧਾਇਕ ਸਦਨ ਵਿੱਚ ਜਾਣਗੇ, ਉਦੋਂ ਤੁਸੀਂ ਕੁਝ ਹੋਰ ਕਹਿੰਦੇ ਸੀ, ਹੁਣ ਕਹਿੰਦੇ ਬਾਈਕਾਟ ਕਰ ਰਹੇ ਹਾਂ ਅਸੀਂ। ਸੰਜੇ ਕਪੂਰ ਜੀ, ਇਹ ਡਰਾਮਾ ਤਾਂ ਨਹੀਂ ਹੋ ਸਕਦਾ ਨਾ? ਇਹ ਤਾਂ ਤੁਹਾਡਾ ਰਣਨੀਤਿਕ ਫੈਸਲਾ ਹੈ, ਡਰਾਮਾ ਤਾਂ ਬਾਕੀ ਕਰਦੇ ਹੋਣਗੇ। ਸੰਜੇ ਕਪੂਰ ਜੀ, ਕੀ ਖਿਆਲ ਹੈ? ਕੇਪੀ ਸਿੰਘ, ਗੱਲ ਪਤਾ ਕੀ ਹੈ ਕਿ ਜਿਹੜਾ ਸੈਸ਼ਨ ਦਾ ਮੈਟਰ ਹੁੰਦਾ ਵਾ ਨਾ, ਉਹ ਅਸੈਂਬਲੀ ਦੇ ਵਿੱਚ ਲੋਕਾਂ ਦੇ ਕੰਮ ਲਈ ਕੀਤਾ ਜਾ ਸਕਦਾ ਹੈਗਾ ਵਾ। ਅੱਜ 92 ਐਮਐਲਏ ਆਮ ਆਦਮੀ ਪਾਰਟੀ ਦੇ ਤੇ ਕਿਹੜਾ ਵਿਸ਼ਵਾਸ ਮਤ ਲੈਣਾ ਚਾਹੁੰਦੇ ਆ? ਨਾ ਕਾਂਗਰਸ, ਨਾ ਅਕਾਲੀ ਦਲ, ਨਾ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਕਹਿੰਦੀ ਪਈ ਹੈ ਕਿ ਤੁਸੀਂ ਆਪਣਾ ਵਿਸ਼ਵਾਸ ਮਤ ਲਵੋ। ਇਹ ਸਿਰਫ ਸਦਨ ਦਾ ਟਾਈਮ ਬਰਬਾਦ ਕਰਨ ਲਈ ਕਰਦੇ ਪਏ ਹੈਗੇ ਔਰ ਕੁਝ ਨਹੀਂ ਕਰ ਰਹੇ, ਔਰ ਪੰਜਾਬ ਦੀ ਜਨਤਾ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ। ਨਹੀਂ ਸੰਜੇ ਕਪੂਰ ਜੀ, ਮੈਂ ਇਹਨੂੰ ਇਸ ਤਰੀਕੇ ਸਮਝਾ ਸੰਜੇ ਕਪੂਰ ਜੀ, ਸਦਨ ਦਾ ਟਾਈਮ ਬਰਬਾਦ ਕਰਨ ਦੀ ਬਜਾਏ ਬੀਜੇਪੀ ਤੋਂ 6 ਮਹੀਨੇ ਲਈ ਟਾਈਮ ਸੇਵ ਕਰਨ ਦੀ ਕੋਸ਼ਿਸ਼ ਤਾਂ ਨਹੀਂ ਸੰਜੇ ਕਪੂਰ ਜੀ? ਇਹ ਤੇ ਹੁਣ ਇਹ ਸੋਚਣਾ ਕਿ ਇਹਨਾਂ ਨੂੰ ਆਪਣੇ ਵਿਧਾਇਕਾਂ ਤੇ ਕਿੰਨਾ ਵਿਸ਼ਵਾਸ ਹੈਗਾ ਵੈ। ਜੇ 92 ਐਮਐਲਏ ਜਿਤਾ ਕੇ ਵੀ ਇਹਨਾਂ ਨੂੰ ਆਪਣੇ ਵਿਧਾਇਕਾਂ ਤੇ ਵਿਸ਼ਵਾਸ ਨਹੀਂ ਹੈਗਾ, ਜੇ ਇਹਨਾਂ ਨੂੰ ਐਸਾ ਮਹਿਸੂਸ ਹੋ ਰਿਹਾ ਹੈ ਕਿ ਅੱਜ ਇਹਨਾਂ ਦੇ ਵਿਧਾਇਕ ਛਟਕ ਸਕਦੇ ਹੈਗੇ ਹੈ, ਤੇ ਫਿਰ ਤੇ ਆਪਣੀ ਸੇਫਟੀ ਸੰਜੇ ਕਪੂਰ ਜੀ ਮਾਮਲਾ ਹੈਗਾ। ਸੰਜੇ ਕਪੂਰ ਜੀ ਮਾਮਲਾ ਇਹ ਹੈਗਾ ਸੰਜੇ ਕਪੂਰ ਜੀ, ਇਹਨਾਂ ਨੂੰ ਆਪਦੇ ਵਿਧਾਇਕਾਂ ਦੇ ਵਿਸ਼ਵਾਸ ਕਿੰਨਾ ਹੈਗਾ ਕਿੰਨਾ ਨਹੀਂ, ਇਹ ਤਾਂ ਇਹ ਜਾਣਨ, ਪਰ ਇਹਨਾਂ ਨੂੰ ਤੁਹਾਡੇ ਦੇ ਵਿਸ਼ਵਾਸ ਪੂਰਾ ਵੀ ਜੋ ਤੁਸੀਂ ਸਰਕਾਰ ਤੋੜਨ ਦੀ ਸੋਚ ਰਹੇ ਹੋ, ਸਰਕਾਰ ਤੋੜ ਕੇ ਛੱਡ ਦਿਓ ਫਿਰ ਤੁਸੀਂ। ਚਲੋ ਇਹ ਕੀ ਸੋਚਦੇ ਹੈ ਕੀ ਨਹੀਂ ਸੋਚਦੇ ਸਾਡਾ ਵਿਸ਼ੇ ਨਹੀਂ ਹੈਗਾ। ਸਾਡਾ ਵਿਸ਼ੇ ਹੈਗਾ ਵੈ ਕਿ ਸਦਨ ਦੇ ਵਿੱਚ ਜਿਹੜਾ ਵੀ ਕੰਮ ਹੋਵੇ ਨਾ, ਉਹ ਪੰਜਾਬ ਦੀ ਜਨਤਾ ਦੀ ਭਲਾਈ ਲਈ ਹੋਵੇ, ਪੰਜਾਬ ਦੀ ਜਨਤਾ ਲਈ ਹੋਵੇ, ਔਰ ਸਿਰਫ ਇੱਕ ਡਰਾਮੇਬਾਜ਼ੀ ਲਈ ਆਪਾਂ ਕਿਸੇ ਵੀ ਚੀਜ਼ ਨੂੰ ਸਪੋਰਟ ਨਹੀਂ ਕਰਾਂਗੇ। ਇਹ ਸਿਰਫ ਡਰਾਮੇਬਾਜ਼ੀ ਸੰਜੇ ਜੀ, ਜਿਹੜੇ ਤੁਹਾਡੇ ਤੇ ਇਲਜ਼ਾਮ ਹੈ ਸਰਕਾਰ ਤਾਂ ਨਹੀਂ ਤੋੜਨੀ ਤੁਸੀਂ? ਦੇਖੋ, ਸਾਡੇ ਕੋਲ ਸਿਰਫ 2 ਐਮਐਲਏ ਹੈ, ਸਰਕਾਰ ਬਣਾਉਣ ਲਈ ਨਾ ਸਾਨੂੰ 57 ਐਮਐਲਏ ਦੀ ਲੋੜ ਹੈਗੀ ਹੈ, ਔਰ ਇਹ 92 ਐਮਐਲਏ ਜਿੱਤ ਕੇ ਵੀ ਇਹਨਾਂ ਨੂੰ ਖੁਦ ਤੇ ਕੌਨਫੀਡੈਂਸ ਨਹੀਂ ਹੈਗਾ, ਔਰ ਭਾਰਤੀ ਜਨਤਾ ਪਾਰਟੀ ਦੇ 2 ਐਮਐਲਏ ਤੇ ਇਹਨਾਂ ਨੂੰ ਗਏ ਕਿ 57 ਐਮਐਲਏ ਇਕੱਠੇ ਕਰ ਸਕਦੇ ਹੈ, ਤੇ ਆਮ ਆਦਮੀ ਪਾਰਟੀ ਬੜੀ ਸ਼ਰਮ ਦੀ ਗੱਲ ਹੈਗੀ ਹੈ। ਠੀਕ, ਖੜਿਆਲ ਸਾਹਿਬ, ਤੁਸੀਂ ਮੁੱਖ ਵਿਰੋਧੀ ਧਿਰ ਹੋ। ਖੜਿਆਲ ਸਾਹਿਬ, ਤੁਸੀਂ ਸੈਸ਼ਨ ਦੇ ਵਿੱਚ ਪਾਰਟਿਸਿਪੇਟ ਕਰਨਾ ਤੁਹਾਡੇ ਐਮਐਲਏਸ ਨੇ? देखो, वड़िंग साहब ने बड़ा क्लियरली दसता है कि कांग्रेस पार्टी ਦੀ ਸਟੈਂਸ ਕੀ ਹੈ, ਲੇਕਿਨ ਕੇਪੀ ਜੀ ਤੁਸੀਂ ਬੜੇ ਵੱਡੇ ਜਾਣਕਾਰ ਹੋ, ਮੈਨੂੰ ਦੱਸ ਦਿਓ, ਮੇਰੀ ਨੌਲੇਜ ਥੋੜਾ ਵਾਧਾ ਕਰੋ। ਇਹ ਕੌਨਫੀਡੈਂਸ ਮੋਸ਼ਨ ਕਿਹੜੇ ਰੂਲ ਦੇ ਅੰਡਰ ਫਾਲ ਕਰਦਾ ਹੈ? ਜਿਹੜੀ ਵਿਧਾਨ ਸਭਾ ਸੈਸ਼ਨ ਨੂੰ ਰੂਲ ਬੁੱਕ ਚਲਾਉਂਦੀ ਹੈ, ਉਹਦਾ ਸੈਕਸ਼ਨ ਜੇ ਸੰਘੇੜਾ ਸਾਹਿਬ ਮੜਾ ਪੜ੍ਹ ਕੇ ਦੇਖਣ ਚੰਗੀ ਤਰ੍ਹਾਂ ਪੇਜ 48 ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਸੈਕਸ਼ਨ 58 ਕਹਿੰਦਾ ਹੈ ਵਿਧਾਨ ਸਭਾ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਤਾਂ ਇੰਟਰੋਡਿਊਸ ਹੋ ਸਕਦਾ ਹੈ। ਨੋ ਕੌਨਫੀਡੈਂਸ ਮੋਸ਼ਨ ਵੀ ਕੌਨਫੀਡੈਂਸ ਹੈ ਨਹੀਂ ਸਰਕਾਰ ਦੇ ਵਿੱਚ, ਸਰਕਾਰ ਡਿੱਗਣ ਵਾਲੀ ਹੈ, ਕੌਨਫੀਡੈਂਸ ਮੋਸ਼ਨ ਨਹੀਂ ਰੇਜ਼ ਹੋ ਸਕਦਾ। ਜੇ ਹੋ ਸਕਦਾ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸੰਘੇੜਾ ਸਾਹਿਬ, ਦਰਸ਼ਕ ਦੇਖ ਰਹੇ ਹੈ, ਸਾਨੂੰ ਧਾਰਾ ਦੱਸ ਦਿਓ ਕਿਹੜੀ ਦੇ ਅੰਡਰ ਤੁਸੀਂ ਕੌਨਫੀਡੈਂਸ ਮੋਸ਼ਨ ਕਾਲ ਕੀਤਾ ਹੈ ਤੇ ਇਹ ਕਿਉਂ ਲੀਗਲ ਹੈ? ਕਿਉਂਕਿ ਸਾਡਾ ਕਹਿਣਾ ਇਹ ਹੈ ਕਿ ਇਹਦੇ ਕੋਈ ਧਾਰਾ ਹੀ ਨਹੀਂ ਹੈਗੀ ਕੌਨਫੀਡੈਂਸ ਮੋਸ਼ਨ ਕਾਲ ਕਰਨ ਲਈ। ਨੰਬਰ 1। ਨੰਬਰ 2, ਆਪਣਾ ਆਮ ਆਦਮੀ ਪਾਰਟੀ ਹੋ ਗਿਆ ਲੀਗਲ ਪ੍ਰੋਸੀਜਰ ਜਿਹੜਾ ਹੈ ਕਿ ਟੈਕਨੀਕਲ ਗੱਲ। ਹੁਣ ਦੂਜੀ ਗੱਲ ਇਹ ਹੈ ਕਿ ਸੈਸ਼ਨ ਇਹਨਾਂ ਨੇ ਲਾਅ ਐਂਡ ਆਰਡਰ ਲਈ ਨਹੀਂ ਬੁਲਾਇਆ, ਇਹਨਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਿਆ ਉਹਦੇ ਲਈ ਨਹੀਂ ਬੁਲਾਇਆ, ਇਹਨਾਂ ਨੇ ਡਰੱਗਸ ਪ੍ਰੋਬਲਮ ਲਈ ਨਹੀਂ ਬੁਲਾਇਆ, ਇਹਨਾਂ ਨੇ ਕ੍ਰਾਈਮ ਰੇਟ ਲਈ ਨਹੀਂ ਬੁਲਾਇਆ, ਇਹਨਾਂ ਨੇ ਆਰਥਿਕ ਸਥਿਤੀ ਲਈ ਨਹੀਂ ਬੁਲਾਇਆ, ਇਹਨਾਂ ਨੇ ਬੁਲਾਇਆ ਤਾਂ ਸਿਰਫ ਔਰ ਸਿਰਫ ਕੌਨਫੀਡੈਂਸ ਮੋਸ਼ਨ ਲਈ, ਤਾਂ ਕਿ ਜਿਹੜਾ ਡਰਾਮਾ ਪਹਿਲਾਂ ਚੱਲਿਆ ਉਹ ਵੱਜ ਸਕੇ। ਮੈਂ ਇੱਕ ਗੱਲ ਕਹੂੰਗਾ, ਮੈਨੂੰ ਥੋੜਾ ਖੜਿਆਲ ਸਾਹਿਬ, ਮੈਨੂੰ ਥੋੜਾ ਕਲੀਅਰ ਕਰ ਦਿਓ ਨਾ, ਉਸ ਤੋਂ ਬਾਅਦ ਮੈਂ ਡਿਬੇਟ ਓਪਨ ਕਰਨੀ ਹੈ। ਇਹ ਡਰਾਮਾ ਕਰ ਕੌਣ ਰਿਹਾ? ਇਹ ਕਹਿੰਦੇ ਤੁਸੀਂ ਕਰਦੇ ਪਏ ਹੋ, ਤੁਸੀਂ ਕਹਿੰਦੇ ਹੋ ਕਰਦੇ ਪਏ, ਤੁਸੀਂ ਤਾਂ ਕਰ ਨਹੀਂ ਸਕਦੇ ਕਿਉਂਕਿ ਕੋਈ ਬੰਦਾ ਨਹੀਂ ਮੰਨਦਾ ਹੁੰਦਾ ਮੈਂ ਡਰਾਮਾ ਕਰਦਾ। ਇਹ ਡਰਾਮਾ ਕੌਣ ਕਰ ਰਿਹਾ? ਬੀਜੇਪੀ ਕਰ ਰਹੀ ਹੈ, ਆਮ ਆਦਮੀ ਪਾਰਟੀ ਕਰਦੀ ਪਈ ਹੈ, ਅਕਾਲੀ ਦਲ ਕਰਦਾ ਪਿਆ, ਕੌਣ ਕਰਦਾ? ਇਹ ਨਾ ਤੁਸੀਂ ਡਿਸਾਈਡ ਕਰੋਗੇ ਨਾ ਮੈਂ ਡਿਸਾਈਡ ਕਰੂੰਗਾ, ਇਹ ਲੋਕ ਡਿਸਾਈਡ ਕਰਨਗੇ ਤੇ ਉਹਨਾਂ ਮੂਹਰੇ ਮੈਂ ਤੱਥ ਰੱਖ ਦਿੰਦਾ ਦੋ। ਹੁਣ ਦਰਸ਼ਕਾਂ ਨੂੰ ਮੇਰੀ ਅਪੀਲ ਹੈ, ਇਹਨਾਂ ਨੇ ਕਿਹਾ ਚੀਮਾ ਸਾਹਿਬ ਨੇ ਜੋ ਫਾਈਨਾਂਸ ਮਿਨਿਸਟਰ ਨੇ 1375 ਕਰੋੜ ਰੁਪਇਆ ਪੰਜਾਬ ਚ ਪਿਆ ਜੋ ਸਾਡੇ ਐਮਐਲਏਸ ਨੂੰ ਪੋਚ ਕਰਨ ਲਈ ਬੀਜੇਪੀ ਨੇ ਰੱਖਿਆ। ਜੇ ਰੱਖਿਆ ਪੰਜਾਬ ਚ ਹੈਗਾ ਤੁਹਾਨੂੰ ਪਤਾ ਹੈ ਤਾਂ ਤੁਸੀਂ ਕੋਈ ਰੇਡ ਕਿਉਂ ਨਹੀਂ ਕਰ ਰਹੇ? ਨੰਬਰ 1 ਤੁਹਾਡਾ ਫੇਲਿਅਰ ਦਰਸਾਉਂਦਾ ਹੈ। ਤੁਸੀਂ ਰੇਡ ਕਰਨਾ ਤਾਂ ਦੂਰ ਦੀ ਗੱਲ, ਐਕਸ਼ਨ ਲੈਣਾ ਤਾਂ ਦੂਰ ਦੀ ਗੱਲ, ਤੁਸੀਂ ਵਿਧਾਨ ਸਭਾ ਸੈਸ਼ਨ ਕਾਲ ਕਰ ਰਹੇ ਹੋ। ਤੇ ਦੂਜਾ, ਬੀਜੇਪੀ ਕੋਲੇ 2 ਸੀਟਾਂ ਹੈ ਤੇ ਤੁਹਾਡੇ ਕੋਲੇ 92 ਐਮਐਲਏਸ ਹੈ।
ਉਹਦੇ ਬਾਵਜੂਦ ਕੌਨਫੀਡੈਂਸ ਮੋਸ਼ਨ ਮਤਲਬ ਤੁਸੀਂ ਇੰਨੇ ਇਨਸਿਕਿਉਰ ਹੋ, ਇੰਨੇ ਘਬਰਾਏ ਹੋਏ ਹੋ, ਇੰਨੇ ਡਰੇ ਹੋਏ ਹੋ ਵੀ ਗਵਰਨੈਂਸ ਨਹੀਂ ਕਰਨੀ, ਅਸੀਂ ਆਹ ਚੀਜ਼ ਕਰਨੀ ਹੈ ਵਿਧਾਨ ਸਭਾ ਦੇ ਵਿੱਚ ਆ ਕੇ ਬੇਸਿਕਲੀ ਐਕਸਪੈਂਡੀਚਰ ਵੇਸਟ ਕਰਨਾ। ਬਿਕੋਜ਼ ਮੈਨੂੰ ਇੱਕ ਗੱਲ ਦੱਸਦੇ ਨੇ ਕਾਈਂਡਲੀ, ਹਜੇ ਤੱਕ ਜਿਹੜੀ FIR ਹੋਈ ਹੈ ਉਹ ਅਨਨੋਨ ਲੋਕਾਂ ਦੇ ਖਿਲਾਫ ਹੈ ਕਿ ਵੀ ਜੀ ਚਲੋ ਮੈਂ ਤੇ ਆ ਰਿਹਾ, ਇਹ ਸਵਾਲ ਤੇ ਆ ਰਿਹਾ, ਮੇਰੇ ਕੋਲ ਸਵਾਲ ਹੈਗਾ, ਮੈਂ ਆ ਰਿਹਾ ਇੱਕ ਮਿੰਟ ਬ੍ਰੇਕ ਖੜਿਆਲ ਸਾਹਿਬ ਬ੍ਰੇਕ ਲੈ ਲੈਣ ਦੋ ਮੈਂ ਵਾਪਸ ਆ ਰਿਹਾ ਨਾ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਬ੍ਰੇਕ ਤੋਂ ਵਾਪਸ ਆ ਕੇ ਇਹ ਡਿਸਾਈਡ ਹੋਣਾ ਜ਼ਰੂਰੀ ਹੈਗਾ ਕਿ ਜੇ ਕੋਈ ਡਰਾਮਾ ਨਹੀਂ ਕਰ ਰਿਹਾ ਤਾਂ ਪੰਜਾਬ ਨੂੰ ਹਾਸਲ ਕੀ ਹੋਊਗਾ ਇਸ ਸੈਸ਼ਨ ਦਾ। ਮੇਰਾ ਸਵਾਲ ਤਾਂ ਇਹ ਹੈ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ, ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਫਜ਼ੂਲ ਖਰਚੀ ਦੱਸਣ ਵਾਲੇ ਇਲਜ਼ਾਮਾਂ 'ਚ ਕਿੰਨਾ ਦਮ ਹੈ? ਹਾਂ ਮਿਸਟਰ ਖੜਿਆਲ, ਆਪਣੀ ਗੱਲ ਪੂਰੀ ਕਰ ਸਕਦੇ ਹੋ। ਦੇਖੋ KP ਜੀ, ਸਾਡੀ ਇੰਨੀ ਇੱਕ ਅਪੀਲ ਹੈ, ਜੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੇ ਕੀਤਾ, ਇਨਸਾਫ ਕਰੋ, ਐਕਸ਼ਨ ਲਓ। ਪਰਚਾ ਤੁਸੀਂ ਅਨਨੋਨ ਲੋਕਾਂ ਦੇ ਖਿਲਾਫ ਦੇਤਾ, ਉਹਨਾਂ ਦੇ ਨਾਮ ਮੈਂਸ਼ਨ ਕਰੋ। ਕਿਸੇ ਨਾ ਕਿਸੇ ਨੇ ਤਾਂ ਤੁਹਾਨੂੰ ਫੋਨ ਕੀਤਾ ਹੈ, ਕੋਈ ਨਾ ਕੋਈ ਬੰਦਾ ਤਾਂ ਆਇਆ ਤੁਹਾਡੇ MLAs ਨੂੰ 25 ਕਰੋੜ ਆਫਰ ਕੀਤਾ ਹੈ, ਸੋ ਬੰਦੇ ਨੂੰ ਫੜ ਕੇ ਅੰਦਰ ਕਿਉਂ ਨਹੀਂ ਦੇ ਪਾ ਰਹੇ? ਇਹ ਫੇਲਿਅਰ ਦੀ ਟੈਸਟੀਮਨੀ ਹੈ, ਇਹ ਆਪ ਐਗਜ਼ਾਮਪਲ ਸੈੱਟ ਕਰੇ। ਤੇ ਦੂਜਾ KP ਜੀ, ਆਪਣਾ no action has been taken, no evidence is there on the record, FIR ਦਾ ਨੰਬਰ ਅਜੇ ਤੱਕ ਪਤਾ ਨਹੀਂ ਲੱਗਿਆ, ਕਿਸੇ ਨੂੰ ਫੜਿਆ ਅਜੇ ਤੱਕ ਗਿਆ ਨਹੀਂ। ਤੇ ਮੈਂ ਤਾਂ ਇੰਨੀ ਗੱਲ ਪੁੱਛਦਾ ਇਹਨਾਂ ਨੂੰ, ਸੰਘੇੜਾ ਸਾਹਿਬ ਸੈਸ਼ਨ ਕਾਲ ਕਰ ਸਕਦੇ ਹੋ ਲੇਕਿਨ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਤੁਸੀਂ ਲੈ ਸਕਦੇ। ਤੇ ਦੂਜੀ ਗੱਲ, ਮੇਰਾ ਸਵਾਲ ਹੈ ਸੰਘੇੜਾ ਸਾਹਿਬ, ਬੜਾ ਬਰੀਫ, ਮੈਨੂੰ ਧਾਰਾ ਦੱਸ ਦਿਓ ਜਿਹਦੇ ਥੱਲੇ ਤੁਸੀਂ ਕੌਨਫੀਡੈਂਸ ਮੋਸ਼ਨ ਇੰਟਰੋਡਿਊਸ ਕਰ ਰਹੇ ਹੋ ਅਕੋਰਡਿੰਗ ਟੂ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਆਫ ਪੰਜਾਬ ਵਿਧਾਨ ਸਭਾ ਧਾਰਾ। ਕਿਉਂਕਿ 70 ਸਾਲਾਂ ਦੇ ਵਿੱਚ KP ਜੀ there is not one incident, ਇੱਕ ਵੀ ਪ੍ਰੈਸੀਡੈਂਟ ਨਹੀਂ ਹੈ ਇਸ ਚੀਜ਼ ਦਾ, ਇਹ ਹੋਈ ਹੋਵੇ ਜਾਂ ਕੋਈ ਧਾਰਾ ਹੋਵੇ, ਮੈਨੂੰ ਦੱਸ ਦੇਣੇ ਪਲੀਜ਼। ਚਲੋ ਮਿਸਟਰ ਪਰਮਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਉਹਨਾਂ ਦੇ 3 ਜਾਂ 2 MLA ਉਹ ਜਾਣਗੇ ਵਿਧਾਨ ਸਭਾ 'ਚ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਅਗਰ ਤੁਸੀਂ 16 ਸਤੰਬਰ ਦੀ ਜਿਹੜੀ ਬਿਕਰਮ ਸਿੰਘ ਮਜੀਠੀਆ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਪਹਿਲਾਂ ਹੀ ਇਹ ਦੱਸਤਾ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਡਰਾਮਾ ਰਚਿਆ ਜਾਏਗਾ ਆਮ ਆਦਮੀ ਪਾਰਟੀ ਦੇ ਵੱਲੋਂ। ਤੇ ਜਿਵੇਂ ਦਿੱਲੀ 'ਚ ਇਹਨਾਂ ਨੇ ਕੀਤਾ ਸੀ, ਉੱਦਾਂ ਇੱਕ ਸੈਸ਼ਨ ਬੁਲਾਇਆ ਜਾਏਗਾ ਜਿਹਦੇ ਵਿੱਚ ਇਹ ਦਿਖਾਇਆ ਜਾਏਗਾ ਜੀ ਵੀ ਸਾਡੇ ਕੋਲ ਮੈਜੋਰਟੀ ਹੈਗੀ ਹੈ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਕਿਹਨੇ ਕਿਹਾ ਵੀ ਤੁਹਾਡੇ ਕੋਲ ਮੈਜੋਰਟੀ ਨਹੀਂ ਹੈਗੀ। ਹੁਣ ਅਗਰ ਤੁਸੀਂ ਪਰਮਵੀਰ ਜੀ ਉਹ ਤੁਸੀਂ ਡਿਕਲੇਅਰ ਕਰ ਚੁੱਕੇ ਨਾ, ਇਹ ਡਰਾਮਾ ਕਰਦੇ ਪਏ, ਮੈਂ ਤਾਂ ਤੁਹਾਡਾ ਪੁੱਛਦਾ ਤੁਹਾਡਾ ਡਿਸੀਜਨ ਕੀ ਹੈ? ਤੁਸੀਂ ਜਾਣਾ ਇੱਥੇ ਅੰਦਰ ਜਾਂ ਨਹੀਂ ਜਾਣਾ? ਦੇਖੋ ਜੀ, ਮੈਂ ਆਪਣੀ ਗੱਲ ਜੇ ਪੂਰੀ ਕਰ ਲਵਾਂ ਤੇ ਉਹਦੇ ਵਿੱਚ ਤੁਹਾਨੂੰ ਆਨਸਰ ਵੀ ਮਿਲ ਜਾਏਗਾ। ਬੜਾ ਲੰਬਾ ਆਨਸਰ ਦੋਗੇ ਤੁਸੀਂ ਸਨੀ ਸਾਹਿਬ, ਚਲੋ ਕੋਈ ਨਹੀਂ, ਬੋਲੋ। ਦੇਖੋ ਜੀ, ਜਿੱਥੇ ਡਰਾਮੇ ਦੀ ਗੱਲ ਹੈ, ਅਸੀਂ ਪਹਿਲਾਂ ਹੀ ਦੱਸਤਾ ਸੀ ਵੀ ਇਹਨਾਂ ਨੇ ਡਰਾਮਾ ਕਰਨਾ ਹੈ, ਤੇ ਉਹ ਜਿਹੜਾ ਡਰਾਮਾ ਹੈ ਅਸੀਂ ਤੁਹਾਡੇ ਮੀਡੀਆ ਦੇ ਥਰੂ ਹੀ ਵਿਧਾਨ ਸਭਾ ਦੇ ਬਾਹਰ ਜਾ ਕੇ ਜਾਂ ਅੰਦਰ ਜਾਣ ਦੀ ਲੋੜ ਪਈ ਤਾਂ ਅਸੀਂ ਜੱਗ ਜ਼ਾਹਿਰ ਕਰਾਂਗੇ ਵੀ ਇਹ ਡਰਾਮਾ ਕਿਉਂ ਕੀਤਾ ਜਾ ਰਿਹਾ। ਦੇਖੋ, ਇਹ ਡਰਾਮੇ ਦੀ ਹੁਣ ਜੇ ਤੁਸੀਂ ਗੱਲ ਸੁਣੋ ਮੇਰੇ ਤੋਂ ਪਹਿਲਾਂ ਖੰਡਿਆਲ ਸਾਹਿਬ ਨੇ, ਕਿਉਂਕਿ ਉਹ ਵੀ ਐਡਵੋਕੇਟ ਨੇ, ਉਹਨਾਂ ਨੇ ਦੱਸਤਾ ਵੀ ਲੀਗਲੀ ਕੋਈ ਪ੍ਰੋਵੀਜ਼ਨ ਨਹੀਂ ਹੈਗਾ। ਤੇ CM ਸਾਹਿਬ ਕਹਿ ਰਹੇ ਆ ਵੀ ਕਾਨੂੰਨੀ ਤੌਰ ਤੇ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ ਸਾਡੇ ਕੋਲ ਮੈਜੋਰਟੀ ਹੈਗੀ ਆ ਫਲੋਰ ਤੇ। ਕਿ ਇਹਨਾਂ ਨੂੰ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਤੇ ਯਕੀਨ ਨਹੀਂ ਵੀ ਇਹਨਾਂ ਦੇ 92 MLA ਹੈ, ਕਿ ਮੈਨੂੰ ਲੱਗਦਾ ਹਲੇ ਵੀ ਉਹ ਫੈਰੀ ਟੇਲਸ ਵਾਲੀਆਂ ਸਟੋਰੀਆਂ ਉਹਨਾਂ ਦੇ ਦਿਮਾਗ 'ਚ ਘੁੰਮ ਰਹੀਆਂ ਵੀ ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਵੀ ਮੇਰੇ ਕੋਲ 92 MLA ਹੈਗੇ ਆ। ਦੇਖੋ, ਅਗਰ ਤੁਸੀਂ ਇਸ ਫਲੋਰ ਟੈਸਟ ਦੀ ਗੱਲ ਕਰ ਰਹੇ ਹੋ, ਕਿਹਦੇ ਲਈ ਕਰ ਰਹੇ ਹੋ? ਇਹਦੇ ਵਿੱਚ ਪੰਜਾਬ ਦੀ ਜਨਤਾ ਨੂੰ ਕੀ ਲਾਭ ਹੋਏਗਾ? ਪੰਜਾਬ ਦੇ ਨਾਲ ਜਿਹੜੇ ਵਾਅਦੇ ਕੀਤੇ ਆ ਉਹਦੇ 'ਚ ਕੀ ਪੂਰਾ ਹੋਏਗਾ? ਤੇ ਮੇਰੀ ਹੱਥ ਜੋੜ ਕੇ ਇਹ ਅਪੀਲ ਹੈ ਵੀ ਇਹ ਗੱਲ ਕਰਦੇ ਹੁੰਦੇ ਆ ਐਥਿਕਸ ਦੀ, ਇੱਕ ਪਾਸੇ ਤਾਂ ਵਰਲਡ ਬੈਂਕ ਦੇ ਕੋਲੋਂ ਕਰਜ਼ਾ ਲੈ ਰਹੇ ਆ ਵੀ ਅਸੀਂ ਫਾਈਨੈਂਸ਼ੀਅਲ। ਮੇਰੇ ਸਵਾਲ ਦਾ ਜਵਾਬ ਨਹੀਂ ਆਇਆ, ਮੈਂ ਤਾਂ ਇੰਤਜ਼ਾਰ ਹੀ ਕਰਦਾ ਰਹਿ ਗਿਆ। ਮੇਰੇ ਸਵਾਲ ਦਾ ਜਵਾਬ ਹੈ ਕਿ ਨਹੀਂ ਆਇਆ ਵੀ ਅਸੀਂ ਵਿਧਾਨ ਸਭਾ ਦੇ ਬਾਹਰ ਜਾ ਕੇ ਵੀ ਲੋਕਾਂ ਨੂੰ ਜੱਗ ਜ਼ਾਹਿਰ ਕਰਾਂਗੇ ਵੀ ਇਹ ਜਿਹੜਾ ਡਰਾਮਾ ਕਿਉਂ ਕੀਤਾ ਜਾ ਰਿਹਾ, ਤੇ ਜੇ ਲੋੜ ਪਈ ਤਾਂ ਵਿਧਾਨ ਸਭਾ ਦੇ ਅੰਦਰ ਜਾ ਕੇ ਵੀ ਲੋੜ ਪਈ ਤਾਂ ਲੋਕਾਂ ਨੂੰ ਦੱਸਾਂਗੇ। ਵਾਹ, ਲੋੜ ਪਈ ਤਾਂ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਣਾ ਜ਼ਰੂਰੀ ਹੈ, ਦੱਸਣਾ ਜ਼ਰੂਰੀ ਹੈ ਵੀ ਇਹ ਡਰਾਮਾ ਕਿਉਂ ਕਰ ਰਹੇ। ਮੈਂ ਇੱਕ ਗੱਲ, 1 ਮਿੰਟ ਹੋਰ ਦੇਖੋ ਜੀ, ਇੱਕ ਪਾਸੇ ਮੇਰੀ ਇਹਨਾਂ ਨੂੰ ਇਹ ਅਪੀਲ ਹੈ ਵੀ ਇਹ ਗੱਲ ਕਰ ਰਹੇ ਆ ਜੀ ਵੀ ਅਸੀਂ ਲੋਕਾਂ ਦੇ ਪੈਸੇ ਵੇਸਟ ਨਹੀਂ ਕਰਦੇ। ਦੇਖੋ, ਇਹ ਜਿਹੜਾ ਫਲੋਰ ਟੈਸਟ ਹੈ ਕਿਹਦੇ ਲਈ ਹੋ ਰਿਹਾ? ਪੰਜਾਬ ਦੇ ਲੋਕਾਂ ਲਈ ਨਹੀਂ ਹੋ ਰਿਹਾ। ਜੇ ਇੰਨੀ ਇਮਾਨਦਾਰ ਹੈ, ਲੋਕਾਂ ਦੇ ਪੈਸੇ ਬਚਾਉਣਾ ਚਾਹੁੰਦੀ ਹੈ, ਮੇਰੀ ਬੇਨਤੀ ਹੈ ਆਮ ਆਦਮੀ ਪਾਰਟੀ ਆਪਣਾ ਫਲੋਰ ਟੈਸਟ ਕਰਵਾਉਣਾ ਚਾਹੁੰਦੀ ਹੈ, ਉਹ ਆਪਣੇ ਇੱਕ ਸੈਲਫ ਸੈਟੀਸਫੈਕਸ਼ਨ ਵਾਸਤੇ ਕਰਾਉਣਾ ਚਾਹੁੰਦੀ ਹੈ। ਤੇ ਜਿਹੜਾ ਉਹਦਾ ਖਰਚਾ ਹੈਗਾ, ਸੰਘੇੜਾ ਸਾਹਿਬ ਕਹਿ ਦੇਣ ਵੀ ਉਹ ਆਮ ਆਦਮੀ ਪਾਰਟੀ ਆਪਣੀ ਜੇਬ ਚੋਂ ਖਰਚੇਗੀ, ਲੋਕਾਂ ਦੇ ਜਿਹੜਾ ਪੰਜਾਬ ਦਾ ਫਾਈਨੈਂਸ ਆ ਉਹਦੇ ਚ 1 ਰੁਪਿਆ ਨਹੀਂ ਲਊਗੀ। ਠੀਕ ਇਹ ਸੰਵਿਧਾਨਕ ਤੌਰ ਤੇ ਜਾਇਜ਼ ਹੈ ਵੀ ਆਪਦੇ ਕੋਲੋਂ ਖਰਚਾ ਕਰ ਦਿਓ ਤੇ ਸਦਨ ਚਲਾ ਲਓ? ਪਰਮਵੀਰ ਜੀ, ਇਹ ਜਾਇਜ਼ ਹੈ?
ਤੇ 70 ਸਾਲਾਂ ਦੇ ਵਿੱਚ ਦੀ ਪ੍ਰੋਵੀਜ਼ਨ ਦੱਸ ਸਾਰੇ ਦੇਣ ਵੀ ਡਰਾਮਾ ਹੀ ਹੈ ਨਾ ਪਰਮਵੀਰ ਜੀ, unconstitutional ਇਹ ਵੀ ਡਰਾਮਾ ਹੀ ਹੈ ਪਰਮਵੀਰ ਜੀ। ਮੈਨੂੰ ਤਾਂ ਲੱਗਦਾ ਮੈਂ ਰੂਲ ਬੁੱਕ ਦੁਬਾਰਾ ਪੜ੍ਹਨੀ ਪੈਣੀ ਹੈ, ਕਿਤੇ ਕੋਈ ਅੱਖਰ ਮਿਸ ਨਾ ਹੋ ਗਿਆ ਮੇਰੇ ਤੋਂ, ਜਿਹੜੀ ਗੱਲ ਤੁਸੀਂ ਦੱਸੀ ਹੈ। ਸਰ ਤੇ ਜਦ ਪ੍ਰੋਵੀਜ਼ਨ ਹੀ ਨਹੀਂ ਹੈਗੀ ਲੀਗਲੀ, ਤੁਸੀਂ ਦੇਖੋ ਸਰ ਫਿਰ ਇਹ ਪ੍ਰੋਵੀਜ਼ਨ ਕਿੱਥੇ ਹੈਗੀ ਹੈ? ਤੁਸੀਂ ਆਪਦੇ ਕੋਲ ਪੈਸਾ ਖਰਚ ਦਿਓ। ਇਹ ਸੰਘੇੜਾ ਸਾਹਿਬ ਪਾਰਟੀ ਚਲਾਉਣ ਵਾਸਤੇ ਆਪਦੀ ਕੋਠੀ ਦੇ ਸਕਦੇ ਆ, ਪਰ ਉੱਥੇ ਪੈਸਾ ਨਹੀਂ ਖਰਚ ਕਰਦੇ। ਤੁਸੀਂ ਕਾਹਦੇ ਲਈ ਕਰ ਰਹੇ ਹੋ ਸਰ? ਤੁਸੀਂ ਸੈਸ਼ਨ ਬੁਲਾ ਰਹੇ ਹੋ, ਉਹਦੇ 'ਚ ਖਰਚਾ ਕਿਹਦਾ ਹੋਣਾ ਹੈ? ਆਮ ਆਦਮੀ ਪਾਰਟੀ ਦੇ ਐਮਐਲਏ ਦੇ ਜਿਹੜੀ ਉਹਨਾਂ ਨੂੰ ਇਨਕਮ ਜਾਂ ਪੇ ਸਕੇਲ ਮਿਲਦਾ ਉਹਦੇ ਤੋਂ ਕੱਟ ਕੱਟਿਆ ਜਾਣਾ। ਪੰਜਾਬ ਦੇ ਲੋਕਾਂ ਦਾ ਪੈਸਾ ਵੇਸਟ ਹੋਣਾ ਜੀ, ਕਿਹਦੇ ਲਈ ਕਰ ਰਹੇ ਆ? ਪਰਮਵੀਰ ਜੀ ਪੰਜਾਬ ਦੇ ਲੋਕਾਂ ਦਾ ਪੈਸਾ, ਇੱਕ ਮਿੰਟ ਸੁਣ ਤਾਂ ਲਓ ਨਾ ਪਰਮਵੀਰ ਜੀ, ਪੰਜਾਬ ਦੇ ਲੋਕਾਂ ਦਾ ਪੈਸਾ ਖਰਚ ਹੋ ਰਿਹਾ ਹੈ, ਆਪਾਂ ਸੋਚ ਰਹੇ ਹਾਂ ਸਦਨ ਦੇ ਅੰਦਰ ਜਾਣਾ ਕਿ ਨਹੀਂ ਜਾਣਾ, ਬਾਹਰ ਬਹਿ ਕੇ ਆਪਾਂ ਖਰਚਾ ਬਚਾ ਲਾਂਗੇ। ਮੈਨੂੰ ਇਹ ਤਾਂ ਦੱਸ ਦਿਓ ਨਾ, ਅੰਦਰ ਜਾ ਕੋਈ ਗੱਲ ਤਾਂ ਕਰੋਗੇ ਨਾ। ਅਸੀਂ ਤਾਂ ਇਹ ਕਹਿ ਰਹੇ ਆ ਵੀ ਅਸੀਂ ਜੋ ਵੀ ਸਾਨੂੰ ਕਰਨਾ ਪਿਆ, ਪਰ ਇਹ ਜਿਹੜਾ ਡਰਾਮਾ ਹੈ ਜੋ ਇਹ ਕਰ ਰਹੇ ਆ, ਇਹ ਠੱਗ ਜ਼ਾਹਿਰ ਕਰਾਂਗੇ। ਠੀਕ ਹੈ। ਜਗਤਾਰ ਸਿੰਘ ਸੰਘੇੜਾ ਸਾਹਿਬ, ਇਹ ਮੈਨੂੰ ਤਿੰਨੇ ਪਾਰਟੀਆਂ ਦਾ ਮੂਡ ਨਹੀਂ ਹੈਗਾ ਅੰਦਰ ਜਾਣ ਦਾ, ਬਾਕੀ ਦਾ ਇਹ ਫੈਸਲਾ ਮੌਕੇ ਤੇ ਕਰਨਗੇ। ਮੈਨੂੰ ਨਹੀਂ ਪਤਾ, ਪੋਲਿਟਿਕਸ ਨੂੰ ਕਦੇ ਸਮਝਿਆ ਨਹੀਂ ਜਾ ਸਕਦਾ। ਸੰਘੇੜਾ ਸਾਹਿਬ ਫਿਰ ਤੁਸੀਂ ਇਕੱਲੇ ਹੀ ਆਈਓ, ਉੱਥੇ ਇਕੱਲੇ ਹੀ ਗੱਲ ਕਰਕੇ ਆ ਜਿਓ, ਇਕੱਲੇ ਹੀ ਸਬੂਤ ਰੱਖ ਦਿਓ ਬਸ, ਤੇ ਉਹ ਦੱਸ ਦਿਓ। ਲਾਈਵ ਕਰੋਗੇ ਮੈਨੂੰ ਲੱਗਦਾ ਸੰਘੇੜਾ ਸਾਹਿਬ ਤੁਸੀਂ? ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮੰਗ ਕਰਦੀ ਰਹੀ ਹੈ ਕਿ ਸਦਨ ਦੀ ਕਾਰਵਾਈ ਜਿਹੜੀ ਹੈ ਲਾਈਵ ਹੋਣੀ ਚਾਹੀਦੀ ਆ। ਮੋਸਟ ਪ੍ਰੋਬੇਬਲੀ ਲਾਈਵ ਹੀ ਹੋਏਗਾ, ਬਟ ਮੈਂ ਅੱਜ ਇਨ ਟੱਚ ਨਹੀਂ ਸੀਗਾ, ਮੈਂ ਟਰੈਵਲ ਸੀਗਾ ਤੇ ਮੈਨੂੰ ਫਾਈਨਲ ਨਹੀਂ ਪਤਾ। ਬਟ ਇਹ ਆ ਵੀ ਇਹ ਸਾਰੇ ਇਦਾਂ ਕਿਉਂ ਕਰ ਰਹੇ ਆ? ਪਹਿਲਾਂ ਬੀਜੇਪੀ ਦੇ ਪ੍ਰਵਕਤਾ ਬੋਲੇ ਆ, ਜੋ ਉਹਨਾਂ ਨੇ ਕਿਹਾ ਉਹੋ ਹੀ ਲਾਈਨ ਖੜਿਆਲ ਸਾਹਿਬ ਐਨ ਧਾਰਾ ਲੱਭਣ ਚਲੇ ਗਏ, ਉਹਨਾਂ ਨੂੰ ਵੀ ਵੱਧ ਚੜ ਕੇ ਬੀਜੇਪੀ ਦੀ ਲਾਈਨ ਟੋ ਕੀਤੀ। ਜਿਹੜੀ ਛੋਟੀ ਮੋਟੀ ਕਮੀ ਰਹਿ ਗਈ ਇਹਨਾਂ ਦੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਸੰਨੀ ਸਾਹਿਬ ਇਹ ਕਹਿਣ ਲੱਗੇ ਉਹ ਧਾਰਾ ਜਿਹੜੀ ਖੜਿਆਲ ਸਾਹਿਬ ਵਾਲੀ ਆ ਉਹ ਦੱਸਣ ਕਿੱਥੇ ਉਹ ਫਿੱਟ ਬੈਠਦਾ। ਨਹੀਂ ਸੰਘੇੜਾ ਸਾਹਿਬ, ਇਹ ਧਾਰਾ ਵਾਲਾ ਸਵਾਲ ਇੱਥੋਂ ਨਹੀਂ ਸ਼ੁਰੂ ਹੋਇਆ ਸੰਘੇੜਾ ਸਾਹਿਬ, ਇਹ ਧਾਰਾ ਵਾਲਾ ਸਵਾਲ ਦਿੱਲੀ ਮਾਡਲ ਤੋਂ ਚੱਲਿਆ ਸਰ। ਜੋ ਦਿੱਲੀ ਵਿਧਾਨ ਸਭਾ ਦੇ ਵਿੱਚ ਕੌਨਫੀਡੈਂਸ ਮੋਸ਼ਨ ਲਿਆਂਦਾ ਗਿਆ ਸੀ, ਉੱਥੋਂ ਇਹ ਸਵਾਲ ਬੀਜੇਪੀ ਨੇ ਸ਼ੁਰੂ ਕੀਤਾ ਸੰਘੇੜਾ ਸਾਹਿਬ। ਮੈਂ ਤਾਂ ਕਹਿੰਦਾ ਅੱਜ ਇਹ ਜਿਹੜੀ ਡਿਸਕਸ਼ਨ ਹੋਈ ਹੈ, ਇਹ ਸਾਰੀ ਜੋ ਬੀਜੇਪੀ ਕਹਿ ਰਹੀ ਆ ਉਹਦੇ ਆਲੇ ਦੁਆਲੇ ਡਿਸਕਸ਼ਨ ਘੁੰਮਦੀ ਆ, ਕਿਸੇ ਦੂਸਰੀ ਪਾਰਟੀ ਦਾ ਇੰਡੀਪੈਂਡੈਂਟ ਸਟੈਂਡ ਹੀ ਕੋਈ ਨਹੀਂ। ਬੀਜੇਪੀ ਜਿਹੜੀ ਆ ਉਹ ਡੈਮੋਕ੍ਰੇਸੀ ਨੂੰ ਇੰਡੀਆ ਭਰ ਵਿੱਚ ਢਾਹ ਲਾ ਰਹੀ ਆ। ਇੱਕ ਤਰ੍ਹਾਂ ਨਾਲ ਕਾਂਗਰਸ ਦੇ ਲੀਡਰ ਖਰੀਦ ਕੇ, ਡਰਾ ਕੇ, ਧਮਕਾ ਕੇ, ਸੀਬੀਆਈ ਦਾ ਟੀਕਾ ਲਾ ਕੇ, ਈਡੀ ਦੀ ਵੈਕਸੀਨੇਸ਼ਨ ਲਾ ਕੇ ਕਾਂਗਰਸ ਪਾਰਟੀ ਖੋਖਲੀ ਕਰਤੀ ਇਹਨਾਂ ਨੇ। ਖੜਿਆਲ ਸਾਹਿਬ ਦੀ ਪਾਰਟੀ ਖੋਖਲੀ ਹੋ ਗਈ ਆ। ਇਹ ਅਜੇ ਵੀ ਉਹਦੀ ਤੁਹਾਨੂੰ ਕਾਹਦੀ ਚਿੰਤਾ ਹੈ ਖੋਖਲੀ ਹੋ ਗਈ ਪਾਰਟੀ? ਤੁਹਾਨੂੰ ਕਾਹਦੀ ਚਿੰਤਾ? ਦਿੱਲੀ ਨਹੀਂ ਦੇਖੋ, ਡੈਮੋਕ੍ਰੇਸੀ ਦਾ ਇਹ ਖਤਮ ਕਰ ਰਹੇ ਆ ਨਾ। ਅਸੀਂ ਦਿੱਲੀ 'ਚ ਇਹਨਾਂ ਨੂੰ ਬੰਦ ਲਾਇਆ, ਹੁਣ ਪੰਜਾਬ 'ਚ ਬੰਦ ਲਾ ਰਹੇ ਆ ਹਾਂਜੀ। ਤੇ ਜੇ ਅਸੀਂ ਸੈਸ਼ਨ ਬੁਲਾਇਆ ਆ, ਇਹਦੀ ਤਾਂ ਸਗੋਂ ਸ਼ਲਾਘਾ ਕਰਨੀ ਚਾਹੀਦੀ ਆ। ਉੱਥੇ ਆ ਕੇ ਇਹਨਾਂ ਦੇ ਬੁਲਾਰੇ 2-2 2.5 ਜਿੰਨੇ ਵੀ ਹੈਗੇ ਆ, ਇਹ ਸਗੋਂ ਆਪਣੀ ਉੱਥੇ ਵਿਚਾਰ ਰੱਖਣ, ਸਾਰੇ ਪੰਜਾਬ 'ਚ ਜਾਣਗੇ। ਇਹ ਉਹਦਾ ਵਿਰੋਧ ਕਰੀ ਜਾਂਦੇ ਆ। ਉਹ ਬੀਜੇਪੀ ਵਾਲੇ ਹੁਣ ਕਹਿ ਰਹੇ ਅਸੀਂ ਘਰਾਓ ਕਰਨਾ। ਪੰਜਾਬ ਦੇ ਬੰਦਿਆਂ ਨੇ ਘਰਾਓ ਕਰਨਾ। ਇੱਕ ਚੀਜ਼ ਦੱਸੋ ਸੰਘੇੜਾ ਸਾਹਿਬ, ਤੁਸੀਂ ਦੋ ਬੰਦੇ ਨੇ। ਸੰਘੇੜਾ ਸਾਹਿਬ ਸੁਣ ਤਾਂ ਲਓ ਨਾ। ਸੰਘੇੜਾ ਤੁਸੀਂ ਕਹਿ ਰਹੇ ਇਹਨਾਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ, ਤੁਸੀਂ ਉੱਥੇ ਮਤਾ ਪਾਓਗੇ ਜੀ ਹਾਂ ਸਰਕਾਰ ਤੇ ਭਰੋਸਾ, ਸਾਰੇ ਐਮਐਲਏ ਨਾਲ ਹੈ, ਇਹ ਬੈਠੇ ਉੱਥੇ ਮੇਜ਼ ਥਪਥਪਾਉਣਗੇ ਸਾਰੇ, ਹੋ ਸਕਦਾ ਸੰਘੇੜਾ ਸਾਹਿਬ? ਨਹੀਂ, ਬੋਲਣ ਦਾ ਮੌਕਾ ਮਿਲੇਗਾ। ਅਸੀਂ ਇਹਨਾਂ ਨੂੰ ਥੋੜੀ ਕਰਨਾ, ਨਹੀਂ ਅਸੀਂ ਇਹਨਾਂ ਨੂੰ ਥੋੜੀ ਕਰਨਾ ਹੈ। ਸੰਧਮਾ ਸਾਹਿਬ, ਸਪੀਕਰ ਸਾਹਿਬ, ਤੁਸੀਂ ਦੇਖਿਆ ਹੀ ਆ, ਸਾਰੇ ਹੀ ਉਹਨਾਂ ਦੀ ਸ਼ਲਾਘਾ ਕਰਦੇ ਆ, ਈਵਨ ਆਪੋਜੀਸ਼ਨ ਵਾਲੇ ਵੀ, ਦੂਸਰੇ ਵੀ। ਸਪੀਕਰ ਤਾਂ ਸਾਰਿਆਂ ਦਾ ਸਾਂਝਾ ਹੁੰਦਾ, ਪਰ ਸਪੀਕਰ ਸਾਂਝੇ ਤੌਰ ਤੇ ਕਾਰਵਾਈ ਪਹਿਲੀ ਵਾਰੀ ਕਰ ਰਹੇ ਨੇ। ਉਹ ਸਾਰਿਆਂ ਨੂੰ ਬੋਲਣ ਦਾ ਮੌਕਾ ਦਿੰਦੇ ਆ ਪੂਰਾ। ਉੱਥੇ ਬੋਲਣ ਇਹ ਜੋ ਇਹਨਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ। ਸੰਘੇੜਾ ਸਾਹਿਬ, ਜੇ ਇਹ ਨਹੀਂ ਆਉਂਦੇ ਸੈਸ਼ਨ ਦੇ ਵਿੱਚ, ਇਹ ਤਿੰਨੇ ਪਾਰਟੀਆਂ ਬੈਠੀਆਂ, ਇਹਦਾ ਮਤਲਬ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਦੀਆਂ ਪਈਆਂ ਪਾਰਟੀਆਂ। ਮੈਂ ਇਹਦੇ ਤੇ ਇਮੀਡੀਏਟਲੀ ਕੋਈ ਕਮੈਂਟ ਨਹੀਂ ਦੇ ਸਕਦਾ। ਮਤਲਬ ਜੇ ਡੈਮੋਕ੍ਰੇਸੀ ਦੇ ਹੱਕ 'ਚ ਨਹੀਂ ਹੈਗੇ, ਉਹਦੀ ਪਾਲਣਾ ਨਹੀਂ ਕਰਦੇ, ਤਾਂ ਇਹ ਉਹਨੂੰ ਸਟਰੈਂਥਨ ਵੀ ਨਹੀਂ ਕਰ ਰਹੇ। ਉਹ ਡਰਾਮੇਬਾਜ਼ੀ ਕਰ ਰਹੇ ਆ। ਡਰਾਮੇਬਾਜ਼ੀ ਜਿਹੜੀ ਤੁਸੀਂ ਪੁੱਛ ਰਹੇ ਆ, ਉਹ ਤਿੰਨੇ ਹੀ ਸ਼ਰੇਆਮ ਕਰ ਰਹੇ ਆ। ਚਲੋ ਤਿੰਨੇ ਹੀ ਕਰਦੇ ਪਏ ਆ। ਮੈਂ ਇੱਕ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਪਰਮਵੀਰ ਜੀ ਵਾਪਸ ਆ ਰਹੇ। ਕੌਣ ਕਰ ਰਿਹਾ ਡਰਾਮਾ? ਸਾਡਾ ਸਵਾਲ ਇਹੀ ਹੈ। ਇਹ ਸਾਰਾ ਕੁਝ ਆਪ ਦੱਸਣਗੇ। ਅੱਜ ਸਾਡੇ ਸਵਾਲ ਘੱਟ ਹੋਣਗੇ, ਇਹੀ ਦੱਸਣਗੇ ਡਰਾਮੇਬਾਜ਼ ਕੌਣ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ, ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਫਜ਼ੂਲ ਖਰਚੀ ਦੱਸਣ ਵਾਲੇ ਇਲਜ਼ਾਮਾਂ 'ਚ ਕਿੰਨਾ ਦਮ ਹੈ? ਹਾਂਜੀ ਸੰਜੇ ਕਪੂਰ ਜੀ, ਕੀ ਕਹਿਣਾ ਚਾਹ ਰਹੇ ਹੋ? ਆ ਰਿਹਾ ਪਰਮਵੀਰ? ਮੈਂ ਜਿਹੜਾ ਸਭ ਦੀ ਗੱਲ ਬੜੇ ਨਹੀਂ ਹੈ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੌਨਫੀਡੈਂਸ ਮੋਸ਼ਨ ਲਿਆ ਕੇ ਕਿਹੜੀ ਡੈਮੋਕ੍ਰੇਸੀ ਨੂੰ ਸਟਰੋਂਗ ਕਰਦੇ ਪਏ ਆ, ਜਿਹਦਾ ਕਿ ਕੋਈ ਪ੍ਰੋਵੀਜ਼ਨ ਹੀ ਨਹੀਂ ਹੈਗਾ। ਨਹੀਂ ਸੰਜੇ ਕਪੂਰ ਜੀ, ਆਪਾਂ ਇੱਕ ਗੱਲ ਤੇ ਡਿਕਲਾਈਨ ਨਾ ਕਰ ਦਈਏ ਸਾਰਾ ਕੁਝ। ਸੰਜੇ ਕਪੂਰ ਜੀ, ਜੇ ਉਹਨਾਂ ਨੂੰ ਆ ਲੱਗਦਾ ਹੈ ਕਿ ਤੁਸੀਂ ਆਪਰੇਸ਼ਨ ਲੋਟਸ ਚਲਾਇਆ ਪੰਜਾਬ 'ਚ, ਤਾਂ ਫਿਰ ਕੁਛ ਨਾ ਕੁਛ ਤਾਂ ਕਰਨਗੇ ਨਾ, ਜਾ ਕੇ ਕਿਸੇ ਕਚਹਿਰੀ ਤੇ ਜਾ ਕੇ ਦੱਸਣਗੇ ਨਾ ਵੀ ਭਾਈ ਸਾਡੇ ਨਾਲ ਇਹ ਹੋ ਰਿਹਾ, ਕਿ ਨਾ ਦੱਸਣ ਉਹ?
ਬਿਲਕੁਲ ਦੱਸਣ, ਇਹਨਾਂ ਨੂੰ ਤੇ ਓਪਨਲੀ ਜਾਣਾ ਚਾਹੀਦਾ, ਜਨਤਾ ਨੂੰ ਵੀ ਦੱਸਣਾ ਚਾਹੀਦਾ, ਬਿਲਕੁਲ ਐਕਸਪੋਜ਼ ਚਲੋ ਮੈਂ ਇੱਕ ਤਰੀਕਾ ਦੱਸਦਾ ਸੰਜੇ ਕਪੂਰ ਜੀ, ਮੈਂ ਇੱਕ ਤਰੀਕਾ ਤੁਹਾਡੀ ਪਾਰਟੀ ਬੜੀ ਵੱਡੀ ਹੈ ਸੰਜੇ ਕਪੂਰ ਜੀ, ਸੁਣ ਤਾਂ ਲਓ ਨਾ ਸਰ, ਕਈ ਵਾਰੀ ਸਾਡੀ ਸਲਾਹ ਵੀ ਸੁਣ ਲਿਆ ਕਰੋ ਨਾ ਸੰਜੇ ਕਪੂਰ ਜੀ। ਸੰਜੇ ਕਪੂਰ ਜੀ, ਜੇ ਇਹਨਾਂ ਨੇ ਪੁਲਿਸ ਇਨਕੁਆਇਰੀ ਸ਼ੁਰੂ ਕਰਤੀ ਹੈ, ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਇਹਨਾਂ ਦੀ? ਦੇਖੋ ਜੀ, ਇਹ ਡੀਜੀਪੀ ਕੋਲ ਜਾ ਕੇ ਕੰਪਲੇਂਟ ਦੇ ਕੇ ਆਏ ਹੈ, ਤੁਸੀਂ ਸਰ ਆਪ ਅਨਆਇਡੈਂਟੀਫਾਈਡ ਬੰਦਿਆਂ ਨੇ। ਸੰਜੇ ਕਪੂਰ ਜੀ ਤੁਸੀਂ ਆਪਦਾ ਦੱਸ ਦਿਓ ਨਾ ਸੰਜੇ ਕਪੂਰ ਜੀ, ਤੁਸੀਂ ਕੋਈ ਸ਼ਿਕਾਇਤ ਕੀਤੀ ਕਿਸੇ ਡੀਜੀਪੀ ਨੂੰ, ਕਿਸੇ ਜਾਂਚ ਏਜੰਸੀ ਨੂੰ? ਮੈਂ ਤੁਹਾਨੂੰ ਸਵਾਲ ਕਰ ਰਿਹਾ ਸੰਜੇ ਕਪੂਰ ਜੀ, ਮੈਂ ਤਾਂ ਪੁੱਛ ਰਿਹਾ ਨਾ ਸਰ। ਹਾਂ ਬੋਲੋ ਨਾ, ਬੋਲੋ। ਡੀਜੀਪੀ ਕੰਪਲੇਂਟ ਕਰਕੇ ਆਇਆ ਕਿ ਅਨਆਇਡੈਂਟੀਫਾਈਡ ਬੰਦਿਆਂ ਨੇ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਲਾਂਚ ਕੀਤੀ ਹੈ, ਔਰ ਸਾਰੇ ਪੰਜਾਬ 'ਚ ਖੱਪ ਪਾਉਂਦੇ ਪਏ ਹੈਗੇ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਆਫਰ ਕੀਤੀ। ਪਹਿਲੇ ਤੇ ਇਹਨਾਂ ਦੀ ਆਪਣੀ ਗੱਲ ਕੰਟਰਾਡਿਕਟਰੀ ਹੁੰਦੀ ਪਈ ਹੈ ਕਿ ਸੱਚਾਈ ਕੀ ਹੈ। ਜੇ ਬੰਦੇ ਅਨਆਇਡੈਂਟੀਫਾਈਡ ਤੋਂ ਕਾਲ ਆਈ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਅੱਜ ਦੀ ਡੇਟ 'ਚ ਨਾਮ ਕਿਵੇਂ ਲੈ ਸਕਦੇ? ਚਲੋ ਇੱਕ ਮਿੰਟ ਸੰਜੇ ਕਪੂਰ ਜੀ ਸੁਣ ਲਓ ਨਾ, ਸੰਜੇ ਕਪੂਰ ਸੁਣ ਲਓ, ਸੰਜੇ ਕਪੂਰ ਜੀ ਸਰ ਸੁਣ ਲਓ ਨਾ, ਸੰਜੇ ਕਪੂਰ ਜੀ ਸੁਣ ਲਓ ਨਾ, ਮੈਂ ਤੁਹਾਡੀ ਗੱਲ ਹੀ ਸੁਣ ਰਿਹਾ ਸੰਜੇ ਕਪੂਰ, ਸੁਣ ਰਿਹਾ। ਇੱਕ ਮਿੰਟ ਸੰਜੇ ਕਪੂਰ ਜੀ, ਸੰਜੇ ਕਪੂਰ ਜੀ ਸਵਾਲ ਕਰ ਲਾ। ਤੁਸੀਂ ਸੰਜੇ ਕਪੂਰ ਜੀ, ਜੇ ਤੁਹਾਡਾ ਨਾਮ ਪ੍ਰੈਸ ਕਾਨਫਰੰਸ ਦੇ ਵਿੱਚ ਗੱਜ ਕੇ ਕਹਿ ਰਹੇ ਹੈ, ਤੁਹਾਡੇ ਤੋਂ ਇੱਕ ਸ਼ਿਕਾਇਤ ਤੱਕ ਨਹੀਂ ਦਰਜ ਕਰਾਈ ਗਈ ਇਹਨਾਂ ਦੇ ਖਿਲਾਫ? ਦੇਖੋ, ਜੇ ਨਾਮ ਲੈਂਦੇ ਪਏ ਹੈ ਤੇ ਫਿਰ ਉੱਥੇ ਡੀਜੀਪੀ ਨੂੰ ਕੰਪਲੇਂਟ ਅਨਆਇਡੈਂਟੀਫਾਈਡ ਦੀ ਕਿਉਂ ਦੇ ਰਹੇ ਹੈ? ਇਹ ਤੇ ਆਪਣੀ ਗੱਲ ਨੂੰ ਕੰਟਰਾਡਿਕਟ ਕਰਦੇ। ਇੱਕ ਮਿੰਟ ਸੰਘੇੜਾ ਸਾਹਿਬ, ਇੱਕ ਮਿੰਟ ਪਲੀਜ਼, ਸੰਘੇੜਾ ਸਾਹਿਬ ਇੱਕ ਮਿੰਟ। ਸੰਜੇ ਕਪੂਰ ਜੀ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਦੋਸ਼ੀ ਨਹੀਂ ਹੈਗੇ, ਤੁਹਾਡੇ ਤੇ ਬਿਨਾਂ ਵਜ੍ਹਾ ਇਲਜ਼ਾਮ ਲਾਈ ਜਾਂਦੇ ਆ, ਗਵਰਨਰ ਸਾਹਿਬ ਕੋਲੇ ਕੀ ਕਰਨ ਗਏ ਜੀ ਤੁਸੀਂ? ਦੇਖੋ, ਜੋ ਇਹਨਾਂ ਨੇ ਬੀਜੇਪੀ ਤੇ ਐਲੀਗੇਸ਼ਨ ਲਗਾਇਆ, ਇੱਕ ਝੂਠਾ ਐਲੀਗੇਸ਼ਨ ਲਗਾਇਆ, ਗਵਰਨਰ ਸਾਹਿਬ ਨੂੰ ਉਹਨਾਂ ਨੂੰ ਦੱਸਣਾ ਤਾਂ ਜ਼ਰੂਰੀ ਹੈ ਨਾ ਕਿ ਅੱਜ ਬਿਨਾਂ ਕਿਸੇ ਕਾਰਨ ਤੁਸੀਂ ਭਾਰਤੀ ਜਨਤਾ ਪਾਰਟੀ ਕੇ ਐਲੀਗੇਸ਼ਨ ਲਗਾ ਜਾ ਰਹੇ ਹੋ, ਔਰ ਅੱਜ ਦੀ ਡੇਟ ਤੱਕ ਇਹਨਾਂ ਨੇ ਕਿਸੇ ਬੰਦੇ ਦਾ ਭਾਰਤੀ ਜਨਤਾ ਪਾਰਟੀ ਤੇ ਨਾਮ ਡਿਸਕਲੋਜ਼ ਨਹੀਂ ਕੀਤਾ। ਪੈਸੇ ਕਹਿੰਦੇ ਆ ਕਿ ਜੀ ਪੰਜਾਬ 'ਚ ਪਏ ਹੈ, ਜਿੱਥੇ ਪਏ ਹੈ ਜਾ ਕੇ ਰੇਡ ਮਾਰ ਕੇ ਇਕੱਠੇ ਕਰ ਲੈਣ। ਕੋਈ ਰੋਕਦਾ ਵੀ ਇਹਨਾਂ ਨੂੰ? ਪੁਲਿਸ ਇਹਨਾਂ ਦੀ ਹੈ, ਸਰਕਾਰ ਹੈ, ਮੈਜੋਰਿਟੀ ਇਹਨਾਂ ਕੋਲ ਹੈ, ਇਹਨਾਂ ਦੇ ਹੱਥ ਕਿੰਨੇ ਬੰਨੇ ਹੋਏ ਹੈ? ਸੰਜੇ ਕਪੂਰ ਜੀ, ਇਹ ਸਦਨ ਵਿੱਚ ਕਿਸੇ ਦਾ ਨਾਮ ਲੈਂਦੇ ਆ, ਬੀਜੇਪੀ ਇਮੀਡੀਏਟਲੀ ਉਸ ਸ਼ਖਸ ਤੇ ਕਾਰਵਾਈ ਕਰੂਗੀ? ਐਕਸ਼ਨ ਲੈਣ ਨਾ, ਜੇ ਇਹਨਾਂ ਨੂੰ ਲੱਗਦਾ ਕਿ ਉਹ ਕਿਸੇ ਬੰਦੇ ਨੇ ਭਾਰਤੀ ਜਨਤਾ ਪਾਰਟੀ ਦੇ ਕੋਈ ਗਲਤ ਕੰਮ ਕੀਤਾ ਹੈ, ਇਹਨਾਂ ਨੂੰ ਪੂਰਾ ਹੱਕ ਹੈ, ਇਹ ਸਰਕਾਰ ਹੈਗੀ ਪੰਜਾਬ ਦੀ, ਐਕਸ਼ਨ ਲੈਣ ਉਹਦੇ ਖਿਲਾਫ। ਚਲੋ, ਤੁਸੀਂ ਗਵਰਨਰ ਸਾਹਿਬ ਕੋਲੇ ਜਾ ਸਕਦੇ ਹੋ, ਇਹ ਸਦਨ ਵਿੱਚ ਨਹੀਂ ਜਾ ਸਕਦੇ? ਨਹੀਂ, ਜੋ ਬੇਸਿਕਲੀ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾ ਰਹੇ ਹੈ ਤੇ ਆਪਾਂ ਜਦੋਂ ਜਾ ਕੇ ਇਹਨਾਂ ਨੂੰ ਸਪੋਰਟ ਕਰੀਏ ਇਸ ਗੱਲ ਲਈ? ਚਲੋ, ਬਿਲਕੁਲ ਨਹੀਂ ਸਪੋਰਟ ਕਰਾਂਗੇ। ਜੇ ਇਹਨਾਂ ਨੇ ਕਿਸੇ ਪੰਜਾਬ ਦੇ ਮੁੱਦੇ ਤੇ ਸੈਸ਼ਨ ਕਾਲ ਕੀਤਾ ਹੁੰਦਾ, ਅੱਜ ਡਰੱਗਸ ਦੇ ਮੁੱਦੇ ਤੇ ਕਾਲ ਕੀਤਾ ਹੁੰਦਾ, ਕਰਪਸ਼ਨ ਦੇ ਇੰਨੇ ਕੇਸਿਸ ਹੋ ਗਏ, ਕਾਲ ਕੀਤਾ ਹੁੰਦਾ, ਲਾਅ ਐਂਡ ਆਰਡਰ ਤੇ ਕਾਲ ਕੀਤਾ ਹੁੰਦਾ, ਤੇ ਆਪਾਂ ਇਹਨਾਂ ਨੂੰ ਸਦਨ 'ਚ ਜਾ ਕੇ ਸਪੋਰਟ ਕਰਦੇ, ਆਪਣਾ ਗੱਲ ਵੀ ਰੱਖਦੇ। ਅੱਜ ਇੱਕ ਕੌਨਫੀਡੈਂਸ ਮੋਸ਼ਨ ਲਈ ਹੈ ਸੈਸ਼ਨ ਕਾਲ ਕਰਦੇ ਪਏ ਹੈ, ਔਰ ਸਾਰੇ ਪੰਜਾਬ ਦੀ ਜਨਤਾ ਨੂੰ ਜਿਹੜੇ ਐਮਐਲਏ ਚੁਣ ਕੇ ਆਏ ਹੈ, ਉਹਨਾਂ ਦਾ ਟਾਈਮ ਬਰਬਾਦ ਕਰਦੇ ਹੈ, ਪੰਜਾਬ ਦਾ ਪੈਸਾ ਬਰਬਾਦ ਕਰਦੇ। ਠੀਕ ਹੈ ਸੰਜੇ ਜੀ, ਆਪਾਂ ਇਹਨਾਂ ਨੂੰ ਸਪੋਰਟ ਨਹੀਂ ਕਰਾਂਗੇ, ਆਪਾਂ ਤਾਂ ਜਨਤਾ 'ਚ ਜਾ ਕੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਕਿ ਇਹ ਡਰਾਮੇਬਾਜ਼ੀ ਕਰਦੇ ਪਏ ਹੈਗੇ ਹੈ, ਔਰ ਜਨਤਾ ਸਾਰੀ ਹੈ, ਇਸ ਕਾਰਨ ਆਪਾਂ ਕਿਉਂ ਇਹਨਾਂ ਨੂੰ ਸਪੋਰਟ ਕਰਾਂਗੇ? ਠੀਕ ਹੈ। ਪਰਮਵੀਰ ਜੀ, ਜੇ ਸਦਨ ਵਿੱਚ ਆਪਰੇਸ਼ਨ ਲੋਟਸ ਦੀ ਚਰਚਾ ਹੋਊਗੀ, ਉਹਨੂੰ ਕਥਿਤ ਆਪਰੇਸ਼ਨ ਲੋਟਸ ਕਮਾ ਜਾਂ ਆਪਰੇਸ਼ਨ ਲੋਟਸ ਕਮਾ, ਤੁਸੀਂ ਡਿਸਾਈਡ ਕਰ ਲਿਓ ਪਰਮਵੀਰ ਜੀ। ਉੱਥੇ ਤੁਹਾਨੂੰ ਉਮੀਦ ਹੈ ਕੁਝ ਨਵਾਂ ਬਾਹਰ ਆਊਗਾ ਉੱਥੇ, ਜਿਹੜਾ ਹੁਣ ਤੱਕ ਸਾਡੇ ਸਾਹਮਣੇ ਆਇਆ? ਸਰ ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜਿਹੜੇ ਐਸਐਸਪੀ ਆ ਉਹਨਾਂ ਨੂੰ ਰਿਟਨ ਕੰਪਲੇਂਟ ਦਿੱਤੀ ਹੈ ਵੀ ਜੋ ਇਹ ਐਪੀਸੋਡ ਹੋਇਆ, ਜੇ ਬੀਜੇਪੀ ਨੇ ਕੀਤਾ ਜਾਂ ਜਿਹਨੇ ਵੀ ਕੀਤਾ ਹੈ ਤੇ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਵੇ। ਦੂਜੀ ਇਹ ਗੱਲ ਹੈ ਵੀ ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹੜੀ ਆਰਟੀਆਈ ਤੋਂ ਪੈਦਾ ਹੋਈ ਤੇ ਛੋਟੀ ਗੱਲ ਦਾ ਕਲਿੱਪ ਮੀਡੀਆ ਨੂੰ ਦੇਣ ਦੇ ਵਿੱਚ 1 ਮਿੰਟ ਲਾਉਂਦੀ ਸੀ। ਹੁਣ ਦੇਖੋ, ਉਸ ਦਿਨ ਇਹ ਮੀਡੀਆ ਕਾਨਫਰੰਸ ਕਰ ਰਹੇ ਸੀ ਤੇ ਕਹਿ ਰਹੇ ਸੀ ਜੀ ਵੀ ਕਾਨਫਰੰਸ ਦੇ ਦੌਰਾਨ ਸਾਡੇ ਐਮਐਲਏ ਨੂੰ ਥ੍ਰੈਟ ਆਈ ਹੈ। ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਹੈ ਨਾ, ਉਹਦੇ ਉੱਪਰ ਦਿੱਲੀ ਮਾਡਲ ਪੂਰਾ ਹਾਵੀ ਹੋ ਚੁੱਕਿਆ, ਕਿਉਂਕਿ ਉਹ ਸੋਚਦੇ ਆ ਜਿਵੇਂ ਦਿੱਲੀ ਦੇ ਵਿੱਚ ਪੁਲਿਸ ਉਹਨਾਂ ਦੇ ਕਹਿਣੇ ਦੇ ਵਿੱਚ ਨਹੀਂ ਹੈ। ਇਹਨਾਂ ਨੂੰ ਲੱਗਦਾ ਸ਼ਾਇਦ ਪੰਜਾਬ ਪੁਲਿਸ ਵੀ ਇਹਨਾਂ ਦੇ ਕਹਿਣੇ 'ਚ ਨਹੀਂ ਹੈ, ਜਾਂ ਵਿਜੀਲੈਂਸ ਹੈ ਜਾਂ ਸਾਈਪਰ ਸੈੱਲ ਹੈਗਾ, ਇਹਨਾਂ ਦੇ ਕਹਿਣੇ ਦੇ ਵਿੱਚ ਨਹੀਂ ਹੈ। ਦੇਖੋ, ਜੇ ਤੁਹਾਨੂੰ ਫੋਨ ਆ ਰਿਹਾ ਹੈ, ਤੁਹਾਡੇ ਐਮਐਲਏਸ ਨੂੰ 25 ਕਰੋੜ ਰੁਪਏ ਆਫਰ ਹੋ ਰਿਹਾ ਹੈ, 13,375 ਕਰੋੜ ਰੁਪਏ ਇਹਨਾਂ ਦੇ ਫਾਈਨੈਂਸ ਮਿਨਿਸਟਰ ਕਹਿ ਰਹੇ ਆ ਵੀ ਉਹਨਾਂ ਨੂੰ ਪਤਾ ਹੈ ਪੰਜਾਬ 'ਚ ਕਿੱਥੇ ਹੈ, ਤਾਂ ਇਹ ਆਪਣੀਆਂ ਜਿਹੜੀਆਂ ਐਨਫੋਰਸਮੈਂਟ ਏਜੰਸੀਜ਼ ਹੈਗੀਆਂ ਉਹਨਾਂ ਨੂੰ ਮਗਰ ਲਾਣ ਉਹਨਾਂ ਦੇ। ਔਰ ਜੇ ਕਿਸੇ ਨੂੰ ਫੋਨ ਆਇਆ, ਇਹਨਾਂ ਦੇ ਐਮਐਲਏ ਉਦਾਂ ਦੇ ਇੰਨੇ ਸਿਆਣੇ ਨੇ, ਉਦਾਂ ਤਾਂ ਇਹਨਾਂ ਨੇ ਸੀਐਮ ਨੇ ਕਿਹਾ ਹੋਇਆ ਵੀ ਤੁਸੀਂ ਵੀਡੀਓ ਬਣਾ ਲਿਆ ਕਰੋ, ਆਡੀਓ ਕਰ ਲਿਆ ਕਰੋ, ਇਹਨਾਂ ਦੇ ਕੋਲ ਇੱਕ ਵੀ ਨਹੀਂ ਹੈਗਾ। ਪਰਮਵੀਰ ਜੀ, ਮੈਨੂੰ ਇੱਕ ਚੀਜ਼ ਥੋੜਾ ਮੇਰਾ ਗਿਆਨ 'ਚ ਵਾਧਾ ਕਰੋ, ਤੁਸੀਂ ਕਾਨੂੰਨੀ ਜਾਣਕਾਰ ਹੋ, ਮੈਨੂੰ ਪਤਾ ਨਹੀਂ ਇਸ ਚੀਜ਼ ਦਾ, ਤੁਸੀਂ ਚੰਡੀਗੜ੍ਹ ਦੇ ਐਸਐਸਪੀ ਨੂੰ ਕਿਉਂ ਕੰਪਲੇਂਟ ਕੀਤੀ? ਦੇਖੋ ਜੀ, ਡੀਜੀਪੀ ਨੂੰ ਤਾਂ ਇਹ ਆਪ ਕੰਪਲੇਂਟ ਦੇ ਆਏ ਨੇ।
ਤੇ ਅਸੀਂ ਚੰਡੀਗੜ੍ਹ 'ਚ ਕੰਪਲੇਂਟ ਦਿੱਤੀ ਹੈ ਵੀ ਫ੍ਰੀ ਐਂਡ ਫੇਅਰ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ। ਤੁਹਾਨੂੰ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਹੈਗਾ ਪਰਮਵੀਰ ਜੀ? ਸਰ ਪੰਜਾਬ ਪੁਲਿਸ ਦੇਖੋ ਜੇ ਵਿਸ਼ਵਾਸ ਹੁੰਦਾ ਤੇ ਕੀ ਆਮ ਆਦਮੀ ਪਾਰਟੀ ਨਾਮ ਨਾ ਦੇ ਦਿੰਦੀ? ਇਹਨਾਂ ਨੇ ਅਨਆਇਡੈਂਟੀਫਾਈਡ ਕਿਉਂ? ਇਹਨਾਂ ਨੂੰ ਜਿਹੜੇ ਫੋਨ ਆਏ ਆ ਉਹਦੇ ਤੇ ਕੋਈ ਨੰਬਰ ਨਹੀਂ ਆਇਆ, ਸਾਈਬਰ ਸੈੱਲ ਕੀ ਨੰਬਰ ਟ੍ਰੇਸ ਨਹੀਂ ਕਰ ਸਕਦਾ। ਮਸਲਾ ਵਿਸ਼ਵਾਸ ਦਾ ਹੀ ਹੈ। ਖੜਿਆਲ ਸਾਹਿਬ ਵਿਸ਼ਵਾਸ ਤੇ ਸਵਾਲ ਖੜਾ ਹੋ ਗਿਆ ਪੰਜਾਬ ਦੇ ਵਿੱਚ। ਵੋਟਰਾਂ ਨੂੰ ਵਿਸ਼ਵਾਸ ਹੈਗਾ ਤੁਹਾਡੇ ਸਾਰਿਆਂ ਤੇ? ਖੜਿਆਲ ਸਾਹਿਬ ਤੁਸੀਂ ਮੁੱਖ ਵਿਰੋਧੀ ਧਿਰ ਹੋ, ਮੁੱਖ ਵਿਰੋਧੀ ਧਿਰ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਲੈ ਕੇ ਜਾਂਦੀ ਹੈ। ਖੜਿਆਲ ਸਾਹਿਬ ਬਿਲਕੁਲ ਹੈਗਾ ਹੈ ਤੇ ਦੇਅਰਫੋਰ ਕੱਲ ਵਿਧਾਨ ਸਭਾ ਦੇ ਵਿੱਚ ਦੇਖੋਗੇ ਵੀ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਐਕਸਪੋਜ਼ ਕੀਤਾ ਜਾਊਗਾ। ਇੱਥੋਂ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਸੰਘੇੜਾ ਸਾਹਿਬ ਨੂੰ ਮੈਂ ਪਹਿਲਾ ਸਵਾਲ ਪੁੱਛਿਆ ਸੀਗਾ, ਉਹਦਾ ਜਵਾਬ ਕੋਈ ਨਹੀਂ ਆਇਆ। ਮੈਂ KP ਜੀ ਰਿਕੁਐਸਟ ਕਰਦਾ ਜਦੋਂ ਇਹਨਾਂ ਦਾ ਟਾਈਮ ਹੋਇਆ ਇਹਨਾਂ ਨੂੰ ਫੇਰ ਤੋਂ ਪੁੱਛ ਲਿਓ। ਮੈਂ ਇੱਕ ਵਾਰੀ ਮੜੇ ਹੁਣੇ ਪੁੱਛ ਲਾਂ 1 ਮਿੰਟ ਦੇ ਦਿਓ ਮੈਨੂੰ। ਇਹ ਧਾਰਾ ਪੁੱਛਦੇ ਪਏ ਸੰਘੇੜਾ ਸਾਹਿਬ, ਕਿਹੜੀ ਧਾਰਾ ਹੈ ਤੁਸੀਂ ਇਹ ਸੈਸ਼ਨ ਸੱਦਿਆ? ਦੇਖੋ ਇੱਥੇ ਜਾ ਕੇ ਉਹਦੇ ਸੈਸ਼ਨ 'ਚ ਪੁੱਛਣ, ਮੈਂ ਵਕੀਲ ਨਹੀਂ ਹੈਗਾ, ਖਰਿਆਲ ਸਾਹਿਬ ਤਾਂ ਵਕੀਲ ਨੇ। ਹੁਣ ਇਹ ਜਿਹੜੀ ਧਾਰਾ ਕੱਢ ਕੇ ਲਿਆਏ ਮੈਨੂੰ ਤਾਂ ਉਹ ਵੀ ਨਹੀਂ ਸਮਝ ਲੱਗੀ। ਚਲੋ ਹਾਂ ਬੋਲੋ ਮਿਸਟਰ ਖੜਿਆਲ ਬੋਲੋ। ਜਿਹੜੀ ਸਾਹਮਣੇ ਚੀਜ਼ ਦਿਸਦੀ ਹੈ ਉਹ ਮੈਂ ਇੱਥੋਂ ਹੁਣ ਮੇਰਾ ਕਾਈਂਡਲੀ ਠੀਕ ਹੈ। ਦੇਖੋ ਗੱਲ ਪਤਾ ਕੀ ਹੈ, ਸੰਘੇੜਾ ਸਾਹਿਬ ਬਹੁਤ ਅੱਛੇ ਵਿਅਕਤੀ ਨੇ, ਬੜੇ ਅੱਛੇ ਸਪੋਕਸਪਰਸਨ ਨੇ, ਲੇਕਿਨ ਆਮ ਆਦਮੀ ਪਾਰਟੀ ਜਦੋਂ ਇਹ ਜਾਂ ਕੁਝ ਕਰਦੀ ਉਹ ਵੀ ਵਿਚਾਰੇ ਕਿਵੇਂ ਡਿਪੈਂਡ ਕਰਨ। तो संघेड़ा साहब कोई बेचारा नहीं है, लेकिन मेरी सुन लो संघेड़ा साहब, अब पर्सनल कमेंट तो बचिए मिस्टर खड़ियाल, पर्सनल कमेंट तो बचिए। चलो संघेड़ा साहब मैं आ रहा सर, संघेड़ा साहब आ रहे हैं। रखो हाँ बोलो मिस्टर खड़ियाल, अपनी गल पूरी करो प्लीज। नंबर 1 संघेड़ा साहब, मैं बड़ा रिस्पेक्टफुली बोला, तुसी क्या सी मैं बीजेपी दी स्टांस फॉलो कर रहा है, वो पर्सनल नहीं सी। सो देयरफॉर एक मिनट सो देयरफॉर कोई भी आम आदमी पार्टी ਨੂੰ ਕੁਐਸਚਨ ਕਰੂਗਾ केपी जी ਤਾਂ ਉਹ ਬੀਜੇਪੀ ਦਾ ਪ੍ਰਵਕਤਾ ਹੋ ਜਾਊਗਾ। ਤੁਸੀਂ ਵੀ ਇਹਨਾਂ ਨੂੰ ਸਵਾਲ ਨਾ ਕਰਿਆ ਕਰੋ। ਮੇਰੇ 3 ਸਵਾਲ ਲੇਕਿਨ ਫਿਰ ਵੀ ਆਮ ਆਦਮੀ ਪਾਰਟੀ ਨੂੰ ਇਹ ਨੰਬਰ 1 ਕੀ ਕੱਲ ਵਿਧਾਨ ਸਭਾ ਦੇ ਵਿੱਚ ਤੁਸੀਂ ਜਿਹੜੇ ਮੁਲਜ਼ਮ ਨੇ ਆਪਰੇਸ਼ਨ ਲੋਟਸ ਦੇ ਜਿਨ੍ਹਾਂ ਨੇ ਪੈਸਾ ਆਫਰ ਕੀਤਾ ਕੀ ਉਹਨਾਂ ਦੇ ਨਾਮ ਜਨਤਕ ਕਰੋਗੇ? ਕਿਉਂਕਿ ਜਦੋਂ ਬ੍ਰਾਈਬ ਆਫਰ ਹੋ ਜੇ ਚਾਹੇ ਉਹ ਐਕਸੈਪਟ ਹੋਵੇ ਨਾ ਹੋਵੇ, bribe in itself is an offense। ਆਪਦੇ ਆਪ ਦੇ ਵਿੱਚ offense ਹੈ। ਜਦੋਂ ਤੁਹਾਡੇ ਐਮਐਲਏਸ ਦੇ ਮੂਹਰੇ ਉਹਨਾਂ ਨੇ ਰਿਸ਼ਵਤ ਆਫਰ ਕੀਤੀ। ਚਲੋ ਖੜਿਆਲ ਸਾਹਿਬ ਤੁਸੀਂ ਪ੍ਰੋਮਿਸ ਕਰੋ, ਖੜਿਆਲ ਸਾਹਿਬ ਤੁਸੀਂ ਪ੍ਰੋਮਿਸ ਕਰੋ ਅੱਜ ਇੱਥੇ ਜੇ ਨਾਮ ਜਨਤਕ ਕਰਦੇ ਆ ਉੱਥੇ ਸਦਨ ਦੇ ਵਿੱਚ ਉਸ ਡਿਬੇਟ ਵਿੱਚ ਤੁਸੀਂ ਸ਼ਾਮਿਲ ਹੋਵੋਗੇ? ਮੈਂ ਸੱਦੂਗਾ, ਮੈਂ ਬੁਲਾਉਂਗਾ ਡਿਬੇਟ। ਬਿਲਕੁਲ ਠੋਕ ਕੇ ਕਹਿਣਾ ਮੈਂ ਹੋਊਂਗਾ। ਤੇ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਕੀਪੀ ਜੀ, जो गरजते हैं ना वो बरसते नहीं, और जो बरसते हैं वो गरजते नहीं। इन्होंने एक्शन लेना होता ते हुण तक वो अंदर होंदे। ये पंजाब पुलिस है, बड़ी कैपेबल पुलिस है। ये थोनू की लगदा कि जी यू नो इट वेरी वेल, थोड़े को FIR का नंबर आया अज तक। FIR इज अ पब्लिक डॉक्यूमेंट, ऑनलाइन अवेलेबल होंदी है। हजे तक नहीं पता लग्या किहड़े बंदे अननोन पर्सन किहड़े हैगे है, की FIR का नंबर है, किहड़ी डेट है, कुछ भी नहीं पता है ਉਹਦੇ ਬਾਰੇ। सो आई थिंक आम आदमी पार्टी शुड टेल अस वन थिंग कि ਇਹਨੂੰ ਤੁਸੀਂ टाइम बाउंड करोगे। टाइम बाउंड एक तरीक दस दो संघेड़ा साहब भी आ तरीक तो पहला ਅਸੀਂ एक्शन ले लांगे ਜਿਹੜੇ ਆਪਰੇਸ਼ਨ ਲੋਟਸ ਦੇ ਮੁਲਜ਼ਮ ਨੇ। ਇਹਨਾਂ ਕੋ ਸੁਣ ਲੋ ਕਹਿੰਦੇ ਕਿ ਵੀ ਅੱਧਾ ਮਿੰਟ ਦੇ ਦਿਓ ਮੈਨੂੰ, ਕਹਿੰਦੇ 30 ਸੈਕਿੰਡਸ। तो ਇਹ ਤਰੀਕ ਦੱਸ ਦੇਣ ਵੀ ਇਸ ਤਰੀਕ ਤੋਂ ਪਹਿਲਾਂ ਅਸੀਂ ਮੁਲਜ਼ਮਾਂ ਦੇ ਖਿਲਾਫ ਐਕਸ਼ਨ ਲੈ ਲਾਂਗੇ। ਦਿਸ ਵਿਲ ਬੀ ਮੋਰ ਦੈਨ ਸਫੀਸ਼ੀਐਂਟ ਫॉर ਅਸ। ਲੇਕਿਨ ਆਮ ਆਦਮੀ ਪਾਰਟੀ ਜਿਹੜੇ ਮੇਰੇ 3 ਸਵਾਲ ਹੈ ਇਹਨਾਂ ਤੋਂ ਜਵਾਬ ਲਿਓ। ਤੇ ਦੂਜੀ ਗੱਲ ਜਿਹੜਾ ਇਹ ਬੇਸਿਕਲੀ ਨਾ ਜਦੋਂ ਬੇਅਦਬੀ ਮਾਮਲਾ ਹੋਇਆ ਸੀਗਾ ਅਸੀਂ ਰਿਕੁਐਸਟ ਕੀਤੀ ਵੀ ਵਿਧਾਨ ਸਭਾ ਸੈਸ਼ਨ ਸੱਦੋ, ਉਦੋਂ ਨਹੀਂ ਸੱਦਿਆ ਇਹਨਾਂ ਨੇ। ਜਦੋਂ ਮੈਡੀਕੇਅਰ ਦੀ ਗੱਲ ਸੀ ਉਦੋਂ ਨਹੀਂ ਸੱਦਿਆ ਇਹਨਾਂ ਨੇ। ਜਦੋਂ ਐਜੂਕੇਸ਼ਨ ਦੀ ਗੱਲ ਸੀ ਉਦੋਂ ਨਹੀਂ ਸੱਦਿਆ ਇਹਨਾਂ ਨੇ। ਜਦੋਂ ਹੋਰ ਇੰਪੋਰਟੈਂਟ ਮੁੱਦੇ ਹੁੰਦੇ ਆ ਜਿੱਥੇ ਸੱਦਣਾ ਚਾਹੀਦਾ ਸੈਸ਼ਨ ਉੱਥੇ ਨਹੀਂ ਸੱਦਦੇ। ਲੇਕਿਨ ਜਿੱਥੇ ਇਹਨਾਂ ਨੂੰ ਲੱਗਦਾ ਇਹਨਾਂ ਦਾ ਪਰਪਸ ਸਰਵ ਹੋਊਗਾ ਉੱਥੇ ਸਾਡੀ ਆਮ ਆਦਮੀ ਪਾਰਟੀ। ਤੇ ਇੱਕ ਹੋਰ ਗੱਲ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਕੋਰਡਿੰਗ ਟੂ ਅ ਰਿਪੋਰਟ ਆਫ ਦੀ ਟ੍ਰਿਬਿਊਨ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਕੱਲ ਨਾਮ ਜਨਤਕ ਹੋਣਗੇ? ਉਹ ਕਹਿੰਦੇ ਜੀ ਅਸੀਂ ਨਾਮ ਜਨਤਕ ਨਹੀਂ ਕਰ ਸਕਦੇ, ਨਹੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹੈਂਪਰ ਹੋ ਜੂਗੀ, ਕਮਜ਼ੋਰ ਹੋ ਜੂ। ਹੁਣ KP ਜੀ ਇਹ ਗਿਆਨ ਜਿਹੜਾ ਇਹਨਾਂ ਕੋਲ ਹੈਗਾ, ਮੈਨੂੰ ਵੀ ਇਹ ਗਿਆਨ ਚਾਹੀਦਾ। ਕਿਹੜੀ ਕਿਤਾਬ ਪੜ੍ਹ ਕੇ ਆਉਂਦਾ ਹੈ ਵੀ ਨਾਮ ਜਨਤਕ ਹੋਣ ਨਾਲ ਪ੍ਰੋ ਵੀ ਕੁਝ FIR ਦੇ ਵਿੱਚ ਨਾਮ ਲਿਖੇ ਹੁੰਦੇ ਮੁਲਜ਼ਮਾਂ ਦੇ, ਨੰਬਰ ਪਾ ਕੇ ਨਾਮ ਐਡਰੈਸ ਸਭ ਕੁਝ ਲਿਖਿਆ ਹੁੰਦਾ ਜੀ। ਤੁਸੀਂ ਕਹ ਰਹੇ ਹੋ ਪ੍ਰੋ ਵੀ ਹੈਂਪਰ। ਚਲੋ ਮੈਂ ਬ੍ਰੇਕ ਲੈ ਲਵਾਂ ਹੁਣ। ਖੜਿਆਲ ਸਾਹਿਬ ਬ੍ਰੇਕ लास्ट चीज है, लास्ट पॉइंट है। KP जी we have a constitution, एक संविधान है। वो क्यों है? Why do we have a law in the first place? We have a law ताकि कोई अपनी मनमर्जी ना कर सके। उस किताब दे नाल, उस संविधान दे नाल, उस कॉन्स्टिट्यूशन दे प्रोविजंस दे हिसाब नाल चले। ते जे अपनी मनमर्जी करन लग गए फिर डेमोक्रेसी कादी रहेगी? चलो मैं थोड़ा ब्रेक ले लवां, हुण ब्रेक ले लन दो मैनू।
ਭਰੋਸਗੀ ਮਤੇ ਦੀ ਜਿਹੜੀ ਰਸਮ ਹੈਗੀ ਉਹ ਕਿਹੜੀ ਰਾਜਨੀਤੀ ਦੇ ਤਹਿਤ ਹੈ? ਸਵਾਲ ਇਹ ਵੀ ਹੈਗਾ ਕਿ ਕੀ ਇਹਦਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ ਸੀਗਾ, ਜਾਂ ਉਹਦਾ ਹੱਲ ਜਿਹੜਾ ਕੱਢਿਆ ਜਾਣਾ ਸੀਗਾ ਉਹ ਜਨਤਾ ਦੇ ਵਿੱਚ ਉਸ ਤਰੀਕੇ ਨਾਲ ਸੁਨੇਹਾ ਨਹੀਂ ਜਾਣਾ ਸੀਗਾ, ਕਿਤੇ ਇਸ ਕਰਕੇ ਤਾਂ ਨਹੀਂ, ਜਾਂ ਕੋਈ ਇੰਟਰਨਲ ਕੋਈ ਪਾਰਟੀ ਦੇ ਵਿੱਚ ਕਨਫਲਿਕਟ ਹੈਗਾ ਉਸ ਨੂੰ ਦੂਰ ਕਰਨ ਲਈ ਇਹ ਹੱਲ ਤਾਂ ਨਹੀਂ ਕੱਢਿਆ ਜਾ ਰਿਹਾ? ਬਹੁਤ ਸਾਰੇ ਸਵਾਲ ਆ, ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ, ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਫਜ਼ੂਲ ਖਰਚੀ ਦੱਸਣ ਵਾਲੇ ਇਲਜ਼ਾਮਾਂ 'ਚ ਕਿੰਨਾ ਦਮ ਹੈ? ਸੰਘੜਾ ਸਾਹਿਬ, ਇੱਕ ਦੋ ਸਵਾਲ ਹੈ ਜਿਹੜੇ ਆਪਾਂ ਫਟਾਫਟ ਤੁਹਾਡੇ ਤੋਂ ਜਵਾਬ ਲੈ ਲਈਏ। ਸੰਘੜਾ ਸਾਹਿਬ, ਇਹਦਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ? ਜਿਵੇਂ ਕਾਂਗਰਸ ਨੇ ਕੀਤਾ ਸੀਗਾ, ਵਿਧਾਇਕ ਦਲ ਦੀ ਬੈਠਕ ਸੱਦ ਲਈ, ਜੋ ਇਹਨਾਂ ਨੂੰ ਪਤਾ ਸੀ ਮੁੱਖ ਮੰਤਰੀ ਨੂੰ ਲਾਉਣਾ ਹੈ। ਤੁਹਾਡੇ ਤਾਂ ਇਹ ਸੀਨ ਨਹੀਂ ਹੈਗਾ ਮੁੱਖ ਮੰਤਰੀ ਲਾਉਣ ਵਾਲਾ, ਤੁਸੀਂ ਤਾਂ ਵਿਸ਼ਵਾਸ ਮਤ ਹਾਸਲ ਕਰਨਾ ਹੈ। ਸੰਘੜਾ ਸਾਹਿਬ, ਇਹਦਾ ਇਹ ਹੱਲ ਕੱਢਿਆ ਜਾ ਸਕਦਾ ਸੀਗਾ? ਸੰਘੜਾ ਸਾਹਿਬ, ਮੈਂ ਤਾਂ ਪੁੱਛ ਰਿਹਾ ਸਰ, ਮੈਨੂੰ ਨਹੀਂ ਪਤਾਗਾ, ਕਿਉਂਕਿ ਮੈਂ ਕੋਈ ਰੂਲ ਬੁੱਕ ਨਹੀਂ ਪੜ੍ਹੀ ਸਰ, ਰਾਜਨੀਤੀ ਕੋਈ ਰੂਲ ਬੁੱਕ ਹੁੰਦੀ ਨਹੀਂ ਸੰਘੜਾ ਸਾਹਿਬ, ਮੈਂ ਜਿੰਨੂੰ ਹੀ ਪੜ੍ਹ ਲਾਂ ਉਨੀ ਆ ਸਰ। ਸੰਘੜਾ ਸਾਹਿਬ, ਨਹੀਂ ਦੇਖੋ, ਇਹ ਤਾਂ ਇੱਕ ਟਰਾਂਸਪੇਰੈਂਟ ਐਕਸਰਸਾਈਜ਼ ਹੈ, ਸਰਕਾਰੀ ਐਕਸਰਸਾਈਜ਼ ਹੈ। ਵਿਧਾਨ ਸਭਾ ਦਾ ਸਦਨ ਜਿਹੜਾ ਆ ਸਾਰਿਆਂ ਤੋਂ ਉੱਪਰ ਹੁੰਦਾ ਆ, ਔਰ ਉੱਥੇ ਇਹ ਫਲੋਰ ਤੇ ਗੱਲ ਕੀਤੀ ਜਾ ਰਹੀ ਆ। ਜਿਹੜਾ ਇਹ ਕਹਿ ਰਿਹਾ ਕਿ ਸੰਵਿਧਾਨ ਨੂੰ ਮੰਨਦੇ ਕਿ ਨਹੀਂ ਮੰਨਦੇ, ਸੰਵਿਧਾਨ ਨੂੰ ਭਾਰਤੀ ਜਨਤਾ ਪਾਰਟੀ ਨਹੀਂ ਮੰਨਦੀ, ਉਹ ਕਿਉਂਕਿ ਨਾ ਹੀ ਵਿਧਾਇਕ ਖਰੀਦਣ ਦੀ ਪ੍ਰੋਵੀਜ਼ਨ ਹੈ, ਨਾ ਹੀ ਡਰਾ ਕੇ ਸ਼ਾਮਲ ਸੰਘੜਾ ਸਾਹਿਬ ਆਪਾਂ ਅਗਲੇ ਸਵਾਲ ਲੈ ਲਈਏ। ਸੰਘੜਾ ਸਾਹਿਬ, ਸੰਘੜਾ ਸਾਹਿਬ, ਇਲਜ਼ਾਮਬਾਜ਼ੀਆਂ 'ਚ ਟਾਈਮ ਲੰਘ ਗਿਆ ਨਾ, ਆਪਾਂ ਸਵਾਲ ਲੈ ਲਈਏ, ਕੋਈ ਦਿੱਕਤ ਨਹੀਂ ਸਰ। ਸੰਘੜਾ ਸਾਹਿਬ, ਤੁਸੀਂ ਖੂਬ ਬੋਲਿਓ, ਕੋਈ ਦਿੱਕਤ ਨਹੀਂ। ਸੰਘੜਾ ਸਾਹਿਬ, FIR ਦਾ ਨੰਬਰ ਹਜੇ ਤੱਕ ਨਹੀਂ ਪਤਾ, FIR ਦੇ ਵਿੱਚ ਨਾਮ ਕਹਿੰਦੇ ਆ ਸਰ, ਹਜੇ ਤੱਕ ਨਹੀਂ ਪਤਾ। ਤੁਸੀਂ ਹਮੇਸ਼ਾ ਕਹਿੰਦੇ ਸੀ ਸਰ, ਜਦੋਂ ਆਪੋਜੀਸ਼ਨ ਵਿੱਚ ਸੀਗੇ, ਟਾਈਮ ਬਾਉਂਡ ਹੋਣਾ ਚਾਹੀਦਾ, ਨਾ ਟਾਈਮ ਬਾਉਂਡ ਦਾ ਪਤਾ। ਸੰਘੜਾ ਸਾਹਿਬ, ਇਹਨਾਂ ਸਵਾਲਾਂ ਦੇ ਨਾਲ ਇੱਕ ਸਵਾਲ ਮੇਰਾ ਹੋਰ ਹੈ, ਜਿਹੜੀ ਪੁਲਿਸ ਜਾਂਚ ਕਰ ਰਹੀ ਹੈ ਉਹ ਕਿੱਥੋਂ ਤੱਕ ਪਹੁੰਚੀ ਸਰ? ਜੇ FIR ਨਹੀਂ ਜਨਤਕ ਕਰਨੀ ਸੰਘੜਾ ਸਾਹਿਬ, ਨਾ ਕਰੋ, ਜਾਂਚ ਤਾਂ ਜਨਤਕ ਕਰ ਦਿਓ ਨਾ, ਥੋੜਾ ਸਾਨੂੰ ਵੀ ਪਤਾ ਲੱਗ ਜੇ, ਅਸੀਂ ਸਵਾਲ ਕਰਨਾ ਬੰਦ ਕਰ ਦਾਂਗੇ। ਸੰਘੜਾ ਸਾਹਿਬ, ਮੈਂ ਇਹੀ ਤਾਂ ਕਹਿ ਰਿਹਾ KP ਸਿੰਘ ਜੀ, ਵੀ ਇਹ ਜਿਹੜੇ ਸਾਰੇ ਕਹਿੰਦੇ ਆ CLP ਦੇ ਕਮਰੇ 'ਚ ਇਕੱਠੇ ਹੋਣਾ, ਕਈ ਜਿਹੜੇ BJP ਕਹਿੰਦੀ ਹੈ ਸਾਡੇ 2 MLA ਅਸੀਂ ਸਾਰੀ ਵਿਧਾਨ ਸਭਾ ਹੀ ਘੇਰ ਲੈਣੀ ਆ ਬਾਹਰਲੇ ਪਾਸੇ ਦੋਨਾਂ ਜਣਿਆਂ ਨੇ, ਤੇ ਇਹ ਮਤਲਬ ਇਦਾਂ ਦੇ ਕੰਮ ਨਾ ਕਰਨ, ਅੰਦਰ ਜਾ ਕੇ ਪੁੱਛਣ ਇਹ ਗੱਲ। ਮੈਨੂੰ ਹਾਸਾ ਆ ਗਿਆ, ਮਾਫ ਕਰਨਾ ਵੈਸੇ ਮੈਂ ਇਦਾਂ ਨਹੀਂ ਕਰਦਾ, ਮੈਨੂੰ ਹਾਸਾ ਆ ਗਿਆ, 2 ਜਣਿਆਂ ਨੇ ਵਿਧਾਨ ਸਭਾ ਘੇਰ ਲੈਣੀ। ਸੰਘੜਾ ਸਾਹਿਬ, ਨਹੀਂ ਇਹਨਾਂ ਨੇ ਕਿਹਾ ਹੈ ਨਾ ਵੀ ਸੰਘੜਾ ਸਾਹਿਬ, ਫਿਰ ਸੰਘੜਾ ਸਾਹਿਬ ਇਹਦੇ ਹਾਸੇ ਵਾਲਾ ਜਵਾਬ ਵੀ ਲੈ ਲਓ ਨਾ। ਸੰਘੜਾ ਸਾਹਿਬ, ਜਵਾਬ ਵੀ ਲੈ ਲਓ, ਤੁਸੀਂ ਵੀ ਹੱਸ ਪਏ ਹੋ। ਸੰਘੜਾ ਸਾਹਿਬ, 2 ਜਣਿਆਂ ਤੋਂ ਆਮ ਆਦਮੀ ਪਾਰਟੀ 92 MLA ਵਾਲੀ ਪਾਰਟੀ ਡਰ ਗਈ ਸਰ। ਸੰਘੜਾ ਸਾਹਿਬ, ਇਹ ਕਮਾਲ ਹੈ, ਇਹ ਤੋਂ ਵੱਡਾ ਚੁਟਕਲਾ ਕੀ ਹੋਊਗਾ? ਸੰਘੜਾ ਸਾਹਿਬ, ਫਿਰ ਇਹ ਦੋ ਤੋਂ ਨਹੀਂ ਡਰਦੇ, ਜੇ ਸਾਨੂੰ ਥੋੜਾ ਬਹੁਤ ਖਤਰਾ ਹੈਗਾ ਤਾਂ ਉਹ ਕੇਂਦਰ ਤੋਂ ਹੈਗਾ ਆ, ਕਿਉਂਕਿ ਇਹਨਾਂ ਨੇ ਪਹਿਲਾਂ ਸਰਕਾਰਾਂ ਤੋੜੀਆਂ ਆ। ਨਾਲ ਮੈਂ ਇਹ ਵੀ ਕਹੂੰਗਾ ਕਿ ਅਸੀਂ ਬੰਨ ਲਾਇਆ ਪਹਿਲਾਂ ਦਿੱਲੀ 'ਚ, ਹੁਣ ਪੰਜਾਬ 'ਚ ਲਾਵਾਂਗੇ। ਬੰਨ ਲਾ ਕੇ ਪਰ ਰੋਲਾ ਪਾਉਣਾ, ਬੰਨ ਲਾ ਕੇ ਰੋਲਾ ਪਾਉਣਾ, ਵੀ ਬੰਨ ਲਾਤਾ ਸਦਨ ਵਿੱਚ ਹੀ ਰੋਲਾ ਪਾਉਣਾ, ਉਦੋਂ ਬਿਨਾਂ ਦੱਸਿਆ ਨਹੀਂ ਜਾਂਦਾ। ਡੈਮੋਕ੍ਰੇਸੀ ਨੂੰ ਬਚਾ ਰਹੇ ਹਾਂ, ਅੱਛਾ ਚਲੋ ਬਚਾ ਰਹੇ ਹਾਂ। ਠੀਕ। KP ਜੀ ਬਸ ਇੰਨੀ ਰਿਕੁਐਸਟ ਹੈ ਵੀ ਬੰਨ ਜਿਹੜਾ ਲੋਕ ਸਭਾ 'ਚ ਲੱਗਿਆ ਹੋਇਆ ਹੈ ਇਹਨਾਂ ਦੇ ਉਲਟ ਉਹਨੂੰ ਵੀ ਖੋਲ ਲੈਣ, ਇੱਕ ਅੱਧਾ MP ਲੋਕ ਸਭਾ 'ਚ ਬਣ ਜਾਊਗਾ, ਫਿਰ ਦੂਜੇ ਲਾ ਲੈਣ ਇਹ। ਚਲੋ ਠੀਕ ਹੈ। ਸੰਜੇ ਕਪੂਰ ਜੀ, ਇੱਕ ਇਹ ਤਰਕ ਤੁਹਾਡਾ ਸਮਝ ਨਹੀਂ ਆਇਆ, ਅਸੀਂ ਬਾਈਕਾਟ ਕਰ ਰਹੇ ਹਾਂ, ਵਿਧਾਨ ਸਭਾ ਘੇਰ ਲਵਾਂਗੇ। ਸੰਘੜਾ ਸਾਹਿਬ ਨੇ ਬੜਾ ਅੱਛਾ ਸਵਾਲ ਕੀਤਾ, 2 ਜਣੇ ਵਿਧਾਨ ਸਭਾ ਘੇਰ ਲਓਗੇ, ਕਿਵੇਂ ਘੇਰ ਲਓਗੇ? देखो, जो विधानसभा घेरन जाना ना, वो तो मेरे MLA ने नहीं जाना, पूरे संगठन ने जाना है। नहीं, आज ਤੁਸੀਂ ਹਸਾਤਾ ਮੈਨੂੰ ਸਾਰੇ ਨੇ। 2 MLA ਨਹੀਂ ਭੇਜਦੇ ਨੇ। ਅੱਜ ਕਮਾਲ ਹੀ ਕਰਤੀ ਸੰਜੇ ਕਪੂਰ ਜੀ ਸਾਰਿਆਂ ਨੇ। ਇਹ ਡਰਾਮੇ ਦਾ ਕਲਾਈਮੈਕਸ ਇਹ ਹੋਊਗਾ, ਮੈਨੂੰ ਨਹੀਂ ਪਤਾ ਸੀਗਾ कि पूरी पार्टी विरोध कर रही है भारतीय जनता पार्टी। नहीं, एक मिनट, संजय कपूर सुन तो लो ना। संजय कपूर जी ऐसे साथ आ मेरे, सुन तो लो ना। पूरी पार्टी संजय सुन लो संजय जी, विधानसभा के पूरी पार्टी साथ नहीं थी पंजाब जो, कमाल कर दो। पंजाब च पार्टी सारी आएगी, सारी पार्टी विरोध कर रही है, तो पार्टी से आएगी ना, पार्टी का संगठन रहा है कि जे घेरन वास्ते आ रहे। चलो 2 ਤੁਹਾਡੇ ਹੋ ਗਏ ਘੇਰਨ ਵਾਲੇ, ਇਹਨਾਂ ਅਕਾਲੀ ਦਲ ਨੂੰ ਪੁੱਛਣਗੇ। ਪਰਮਵੀਰ ਜੀ ਇੱਕ ਮਿੰਟ, ਸੰਘੜਾ ਸਾਹਿਬ ਇੱਕ ਮਿੰਟ ਰੁਕ ਜਾਓ। ਪਰਮਵੀਰ ਜੀ, ਤੁਹਾਡੇ ਕੋਲ 3 ਹੈ, ਪਤਾ ਨਹੀਂ ਉਹ 2 ਹੋਣਗੇ ਕਿ 3 ਹੋਣਗੇ, ਮੈਨੂੰ ਨਹੀਂ ਪਤਾ, ਤੁਸੀਂ ਤਾਂ ਨਹੀਂ ਵਿਧਾਨ ਸਭਾ ਘੇਰਨੀ। ਦੇਖੋ ਜੀ, ਲੋਕੀ ਇਹਨਾਂ ਨੂੰ ਘੇਰਨਗੇ ਜਿਹੜੇ ਇਹ ਡਰਾਮੇ ਕਰ ਰਹੇ ਆ, ਅਸੀਂ ਤਾਂ ਘੇਰਨਾ ਹੀ ਘੇਰਨਾ ਹੈ, ਤੇ ਲੋਕੀ ਵੀ ਇਹਨਾਂ ਨੂੰ ਘੇਰਨਗੇ। ਹੁਣ ਇਹ ਕਹਿ ਰਹੇ ਆ ਜੀ ਵੀ ਸਾਨੂੰ ਡਰ ਹੈ ਵੀ ਕਿਤੇ ਜਿਹੜੀ BJP ਹੈ ਉਹ ਸਾਡੇ ਜਿਹੜੇ ਕੈਂਡੀਡੇਟ ਸੀ MLA ਨੇ ਉਹਨਾਂ ਨੂੰ ਤੋੜ ਨਾ ਲਵੇ।
ਇਹ ਤਾਂ ਕਹਿੰਦੇ ਵੀ 24 ਕੈਰਟ ਦੇ ਤਾਂ ਰਾਘਵ ਚੱਡਾ ਜੀ ਕਹਿੰਦੇ ਸਾਡੇ ਸੀਐਮ ਨੇ, ਤੇ ਫਿਰ ਜਿਹੜਾ ਇਹਨਾਂ ਨੇ ਰਾਣੀ ਹਾਰ ਬਣਾਇਆ ਹੋਇਆ ਜਿਹਦੇ ਵਿੱਚ ਫੈਵੀਕੋਲ ਲਾ ਕੇ ਇਹਨਾਂ ਨੇ ਜਿਹੜੇ ਨਗੀਨੇ ਚੜੇ ਹੋਏ ਨੇ, ਉਹ ਨਗੀਨਿਆਂ ਤੇ ਇਹਨਾਂ ਨੂੰ ਯਕੀਨ ਹੀ ਨਹੀਂ ਹੈਗਾ ਵੀ ਉਹ ਭੱਜ ਜਾਣਗੇ। ਦੂਜੇ ਪਾਸੇ ਇਹ ਗੱਲ ਕਹਿ ਰਹੇ ਆ ਵੀ ਬੀਜੇਪੀ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੀ, ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੀ। ਜੇ ਉਹ ਨਹੀਂ ਮੰਨਦੇ ਤੇ ਤੁਸੀਂ ਵੀ ਉਸੇ ਰਾਹ ਤੁਰਨ ਲੱਗੇ ਹੋ। ਤੁਸੀਂ ਵੀ ਪਹਿਲੀ ਵਾਰੀ 70 ਸਾਲਾਂ 'ਚ ਜੋ ਨਹੀਂ ਹੋਇਆ ਆਪਣੇ ਬੈਨੀਫਿਟ ਲਈ ਲੋਕਾਂ ਦਾ ਪੈਸਾ ਬਰਬਾਦ ਕਰਕੇ ਇੱਕ ਅਨਕਨਸਟੀਟਿਊਸ਼ਨਲ ਮੂਵ ਪਹਿਲੀ ਵਾਰੀ ਕਰ ਰਹੇ ਹੋ, ਜਿਹੜੀ ਕਿ ਕਿਸੇ ਪ੍ਰੋਵੀਜ਼ਨ ਦੇ ਵਿੱਚ, ਕਿਸੇ ਰੂਲ ਆਫ ਬਿਜ਼ਨਸ ਦੇ ਵਿੱਚ, ਰੂਲ ਆਫ ਪ੍ਰੋਸੀਜਰ ਦੇ ਵਿੱਚ ਪ੍ਰੋਵਾਈਡ ਨਹੀਂ ਹੈਗੀ। ਇਹਦਾ ਮਤਲਬ ਵੀ ਤੁਸੀਂ ਵੀ ਬੀਜੇਪੀ ਦੇ ਪਰਮਵੀਰ ਜੀ ਜੇ ਤੁਸੀਂ ਇਹ ਸੋਚਣਾ ਹੁੰਦਾ, ਤੁਸੀਂ ਪੰਜਾਬ ਦੇ ਬਸ਼ਿੰਦੇ ਹੋ, ਜੇ ਤੁਹਾਨੂੰ ਲੱਗਦਾ ਕਿ ਬੀਜੇਪੀ ਇਹੋ ਜਿਹੇ ਕੰਮ ਪਹਿਲਾਂ ਕਰ ਚੁੱਕੀ ਹੈ, ਅਕਾਲੀ ਦਲ ਜੇ ਜਾਂਚ ਦੀ ਮੰਗ ਕਰਦਾ ਤੇ ਕਿੱਥੋਂ ਕਰਦਾ ਫਿਰ? ਸਰ ਮੈਂ ਇਹ ਨਹੀਂ ਕਹਿ ਰਿਹਾ, ਜੋ ਵਰਡਸ ਸੰਘੇੜਾ ਸਾਹਿਬ ਯੂਜ਼ ਕਰ ਰਹੇ ਆ, ਮੈਂ ਤਾਂ ਉਹ ਗੱਲ ਕਹਿ ਰਿਹਾ ਕਿ ਇਹ ਕਹਿ ਰਿਹਾ ਵੀ ਬੀਜੇਪੀ ਅਨਕਨਸਟੀਟਿਊਸ਼ਨਲ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੀ, ਤੇ ਇਹਦਾ ਮਤਲਬ ਆਮ ਆਦਮੀ ਪਾਰਟੀ ਜਿਹੜੇ ਐਲੀਗੇਸ਼ਨ ਲਾ ਰਹੀ ਆ ਉਸ ਚੀਜ਼ ਨੂੰ ਆਪਣੇ ਉੱਪਰ ਵੀ ਪਾ ਕੇ ਸਾਬਤ ਕਰਨਾ ਚਾਹੁੰਦੀ ਹੈ। ਚਲੋ ਇਹ ਤਾਂ ਹਾਸਾ ਰਹਿ ਗਿਆ ਵੈਸੇ। ਇੱਕ ਐਮਐਲਏ ਦੇ ਪਿੱਛੇ 2 ਲੱਖ ਲੋਕ ਹੁੰਦੇ ਆ, ਚਲੋ ਹੱਸਣਾ ਵੱਖਰੀ ਗੱਲ ਹੈ। ਮਿਸਟਰ ਖੜਿਆਲ ਬਹੁਤ ਵੱਡਾ ਦਰਮਦਾਰ ਆ ਤੁਹਾਡੇ ਸਾਰਿਆਂ ਤੇ। ਜਦੋਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਡੈਮੋਕ੍ਰੇਸੀ ਨੂੰ ਬਚਾਉਣ ਲਈ ਅਸੀਂ ਅੱਗੇ ਲੱਗੇ ਹੋਏ ਹਾਂ, ਆਪਰੇਸ਼ਨ ਲੋਟਸ ਜੇ ਉਹਨਾਂ ਨੇ ਬੰਨ ਲਾਇਆ, ਉਹਨਾਂ ਦੇ ਦਾਅਵੇ ਨੂੰ ਤੁਸੀਂ ਮੰਨਣ ਨੂੰ ਤਿਆਰ ਕਿਉਂ ਨਹੀਂ ਮਿਸਟਰ ਖੜਿਆਲ? ਕਿਉਂਕਿ ਜੇ ਬੰਨ ਲਾਉਂਦੇ ਵਾਕਈ ਨਾ ਕੇਪੀ ਜੀ, ਜਿਨ੍ਹਾਂ ਨੇ ਬ੍ਰਾਈਬ ਆਫਰ ਕੀਤੀ, ਜੋ ਅਫੈਂਡਰਸ ਨੇ, ਜੋ ਇਹਨਾਂ ਦੇ ਐਮਐਲਏ ਕੋਈ ਆਮ ਆਦਮੀ ਨਹੀਂ ਹੁੰਦਾ, ਰਿਪਰੈਜ਼ੈਂਟੇਟਿਵ ਹੁੰਦਾ ਲੱਖਾਂ ਲੋਕਾਂ ਦਾ, ਜੇ ਉਹਦੇ ਮੂਹਰੇ ਕੋਈ ਬ੍ਰਾਈਬ ਆਫਰ ਕਰ ਰਿਹਾ ਹੈ, ਆਫੈਂਸ ਕਮਿਟ ਕਰ ਰਿਹਾ ਹੈ, ਤੇ ਉਹਦੇ ਬਾਵਜੂਦ ਉਹ ਤੋਂ ਐਕਸ਼ਨ ਕੋਈ ਨਹੀਂ ਲਿਆ ਜਾ ਰਿਹਾ, ਇਹ ਤੋਂ ਵੱਡਾ ਸਬੂਤ ਨਹੀਂ ਹੋ ਸਕਦਾ ਇਹਨਾਂ ਦੀ ਇਨਕੰਪੀਟੈਂਸ ਦਾ, ਇਹਨਾਂ ਦੇ ਫੇਲਿਅਰ ਦਾ, ਇਹਨਾਂ ਦੇ ਇਨਐਕਸਪੀਰੀਅੰਸ ਦਾ। ਤੁਸੀਂ ਐਮਐਲਏ ਹੋ ਕੇਪੀ ਜੀ, ਤੁਹਾਡੇ ਮੂਹਰੇ ਆਫੈਂਸ ਕਮਿਟ ਕਰੇ, ਤੁਸੀਂ ਐਸਐਚਓ ਨੂੰ ਬੁਲਾਓਗੇ, ਐਕਸ਼ਨ ਲਓਗੇ। ਤੁਸੀਂ ਵੇਟ, ਇਹਨਾਂ ਨੇ ਇਨਸਟੈਂਟ ਕੀ ਕੀਤਾ, ਸਾਰੇ ਐਮਐਲਏਸ ਇੱਕੋ ਸੈਕਿੰਡ ਇੱਕੋ ਮਿੰਟ ਤੇ ਤਾਂ ਨਹੀਂ ਅਪਰੋਚ ਹੋਏ ਹੋਣਗੇ, ਡਿਫਰੈਂਟ ਟਾਈਮਲਾਈਨਸ ਹੋਣਗੀਆਂ। ਸੋ ਇਹ ਵੇਟ ਕਰੀ ਗਏ, ਆਫਟਰ ਦੀ ਆਫੈਂਸ ਵਾਸ ਕਮਿਟਡ, ਬ੍ਰਾਈਬ ਵਾਸ ਆਫਰਡ, ਉਹ ਤੋਂ ਬਾਅਦ ਵੇਟ ਕਰੀ ਗਏ ਵੀ ਅਸੀਂ ਪੁਲਿਸ ਨੂੰ ਨਹੀਂ ਦੱਸਾਂਗੇ, ਅਸੀਂ ਆਪਦੀ ਲੀਡਰਸ਼ਿਪ ਨੂੰ ਦੱਸਾਂਗੇ ਜੀ ਆਹ ਹੋਇਆ, ਪਤਾ ਨਹੀਂ ਇਹ ਹੋਇਆ ਵੀ ਨਹੀਂ ਹੋਇਆ, ਲੇਕਿਨ ਇਹ ਚੀਜ਼ ਇਹਨਾਂ ਦੀ ਸਟੋਰੀ ਦੇ ਹਿਸਾਬ ਨਾਲ ਇਹ ਹੋਇਆ ਵੀ ਇਹ ਵੇਟ ਕੀਤੀ, ਇਹਨਾਂ ਨੇ ਪੁਲਿਸ ਨੂੰ ਕੰਪਲੇਂਟ ਨਹੀਂ ਕੀਤੀ, ਸਾਰੇ ਇੱਕੋ ਦਿਨ ਡੀਜੀਪੀ ਸਾਹਿਬ ਕੋਲੇ ਗਏ। ਮੈਂ ਪੁੱਛਦਾ ਕਿਉਂ? ਜੇ ਤੁਹਾਡੇ 9 ਐਮਐਲਏ ਅਪਰੋਚ ਹੋਏ ਤਾਂ 9 ਵੱਖਰੇ ਇੰਸਟੈਂਸਸ ਹੈ, 9 ਵੱਖਰੀਆਂ ਟਾਈਮਲਾਈਨਸ ਹੈ, ਉਹਨਾਂ ਨੂੰ 9 ਦੇ 9 ਐਮਐਲਏਸ ਨੂੰ 9 ਕੰਪਲੇਂਟਸ ਮੌਕੇ ਤੇ ਕਰਾਉਂਦੇ, ਮੌਕੇ ਤੇ ਬੰਦਾ ਫੜਿਆ ਜਾਂਦਾ। ਸੋ ਦੇਅਰਫੋਰ ਬੰਨ ਤਾਂ ਲੱਗਦਾ ਜੇ ਅੱਜ ਉਹਨਾਂ ਦੇ ਖਿਲਾਫ ਐਕਸ਼ਨ ਹੋ ਗਿਆ ਹੁੰਦਾ, ਉਹ ਜੇਲ੍ਹ ਚ ਹੁੰਦੇ, ਲੇਕਿਨ ਉਹ ਤਾਂ ਦੂਰ ਦੀ ਗੱਲ ਹੈ। ਚਲੋ ਐਫਆਈਆਰ ਦੇ ਵਿੱਚ ਅਨਨੋਨ। ਚਲੋ ਸੰਘੜਾ ਸਾਹਿਬ ਐਫਆਈਆਰ ਚ ਕਿਸੇ ਦਾ ਨਾਮ ਦਰਜ ਹੈਗਾ ਸਰ? ਦੇਖੋ ਮੈਂ ਨਹੀਂ ਐਫਆਈਆਰ ਦੇਖੀ, ਬਾਕੀ ਇਹ ਗੱਲ ਗਲਤ ਹੈ ਕਿ ਅਸੀਂ ਅਣਪਛਾਤੇ ਆਪਣੀ ਐਪਲੀਕੇਸ਼ਨ ਚ ਲਿਖਿਆ ਹੈ। ਅੱਛਾ ਚਲੋ ਇਹ ਦੱਸ ਦਿਓ ਸੰਘੜਾ ਸਾਹਿਬ ਐਫਆਈਆਰ ਤੁਸੀਂ ਨਹੀਂ ਦੇਖੀ, ਐਫਆਈਆਰ ਮੈਂ ਨਹੀਂ ਦੇਖੀ, ਐਫਆਈਆਰ ਇਹਨਾਂ ਨੇ ਦੇਖੀ। ਸੰਘੜਾ ਸਾਹਿਬ ਐਫਆਈਆਰ ਕੱਲ ਦਿਖਾਉਂਗੇ? ਨਹੀਂ ਇਹ ਮੈਂ ਤਾਂ ਇਹ ਕਹਿੰਦਾ ਵੀ ਇਹ ਗੱਲ ਮੁੱਦੇ ਜਾ ਕੇ ਚੱਕਣੇ, ਇਹ ਖੜਿਆਲ ਸਾਹਿਬ ਅੰਦਰ ਜਾ ਕੇ ਸੀਐਲਪੀ ਦੇ ਕਮਰੇ 'ਚ ਨਾ ਜਾਣ। ਨਹੀਂ ਤੇ ਉੱਥੇ ਸਾਰੀ ਐਫਆਈਆਰ ਦਿਖਾ ਦੋਗੇ ਸੰਘੜਾ ਸਾਹਿਬ? ਨਹੀਂ ਮੈਂ ਕੋਸ਼ਿਸ਼ ਕਰ ਲੂੰਗਾ, ਬਟ ਮੈਂ ਹੋਰ ਵੀ ਕੰਮ ਕਰਨੇ ਹੁੰਦੇ ਆ। ਅੱਛਾ ਵੀਰਵਾਰ ਨੂੰ ਐਫਆਈਆਰ ਦਿਖਾਈ ਜਾਂ ਨਹੀਂ ਦਿਖਾਣੀਗੀ, ਇਹਨਾਂ ਤੇ ਡਾਊਟ ਹੈਗਾ? ਨਹੀਂ ਕੱਲ ਨੂੰ ਮੈਂ ਪੁੱਛ ਲੂੰਗਾ ਕਿ ਆਫੀਸਰ। ਚਲੋ ਤੁਸੀਂ ਇਹ ਗੱਲ ਨਹੀਂ ਹੈ, ਆਪਣੀਆਂ ਪਾਰਟੀਆਂ ਇਹ ਫੈਸਲਾ ਕਰਦੀ, ਸੰਘੜਾ ਸਾਹਿਬ ਨੇ ਅੱਜ ਪਾਰਟੀ ਨੂੰ ਪੁੱਛ ਕੇ ਫੈਸਲਾ ਕਰਨਾ। ਸੰਘੜਾ ਸਾਹਿਬ ਸਵਾਲ ਇਹ ਨਵਾਂ ਕੀ ਆਊਗਾ? ਇੱਕ ਸੈਕਿੰਡ ਕਾਈਂਡਲੀ ਸਦਨ ਵਿੱਚ ਨਵਾਂ ਕੀ ਆਊਗਾ? ਇੱਕ ਮਿੰਟ ਸੰਘੜਾ ਸਾਹਿਬ, ਸਦਨ ਆਪਰੇਸ਼ਨ ਮੈਂ ਬਸ ਇਹ ਗੱਲ ਕਰ ਰਿਹਾ ਕਿ ਕੱਲ ਨੂੰ ਸੈਸ਼ਨ 'ਚ ਸਾਰਾ ਕੁਝ ਨਵਾਂ ਹੀ ਨਵਾਂ ਹੋਏਗਾ, ਤਾਂ ਹੀ ਇਹ ਜਾਣ ਤੋਂ ਡਰਦੇ ਆ। ਠੀਕ ਹੈ ਨਾ, ਡਰ ਲੱਗਦਾ ਸਦਨ ਜਾਣ ਤੋਂ ਬਹੁਤ ਜ਼ਿਆਦਾ। ਦੇਖੋ ਕੰਬ ਰਿਹਾ ਮੈਂ ਡਰਿਆ ਬੈਠਾ ਹੈ, ਮੈਨੂੰ ਘਬਰਾਹਟ ਹੋ ਰਹੀ ਹੈ ਬਹੁਤ ਜ਼ਿਆਦਾ, ਮੇਰੀ ਸ਼ਕਲ ਦੇਖੋ, ਮੈਂ ਬਹੁਤ ਜ਼ਿਆਦਾ ਆਪਣਾ ਘਬਰਾਇਆ ਹੋਇਆ। ਸੰਘੇੜਾ ਸਾਹਿਬ ਸਵਾਲ ਦਾ ਜਵਾਬ ਦੇ ਦਿਓ ਮੇਰੇ। ਤੁਹਾਨੂੰ ਪੁੱਛਿਆ ਗਿਆ ਵੀ ਕੱਲ ਐਫਆਈਆਰ ਦਿਖਾਈ ਜਾਊਗੀ, ਪਹਿਲਾਂ ਮੈਂ ਪੁੱਛਾਂ, ਕੇਪੀ ਜੀ ਨੇ ਪੁੱਛਿਆ ਤੇ ਇਹਨਾਂ ਨੇ ਕੀ ਕਿਹਾ, ਮੈਨੂੰ ਹੋਰ ਵੀ ਕੰਮ ਹੁੰਦੇ ਆ, ਦੇਖ ਲਾਂਗੇ। ਇੱਥੋਂ ਸੀਰੀਅਸਨੈਸ, ਚਲੋ ਆਪਾਂ ਹੁਣ ਸਮਾਪਤ ਕਰ ਦਈਏ, ਡਿਬੇਟ ਸਮਾਪਤ ਕਰੀਏ, ਉਹ ਸਦਨ ਦੀ ਡਿਬੇਟ ਦੇਖਾਂਗੇ, ਆਪਾਂ ਸਦਨ ਦੀ ਡਿਬੇਟ ਦੇਖਾਂਗੇ ਜੇ ਤੁਸੀਂ ਉੱਥੇ ਜਾਓਗੇ ਤਾਂ। ਬਹੁਤ ਧੰਨਵਾਦ ਤੁਹਾਡਾ ਸੰਘੇੜਾ ਸਾਹਿਬ, ਤੁਹਾਡਾ ਖੰਡਿਆਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪਰਮਵੀਰ ਜੀ ਤੁਹਾਡਾ ਬਹੁਤ ਧੰਨਵਾਦ। ਮੇਰੇ ਕੋਲ ਵਕਤ ਨਹੀਂ ਆਉਣ, ਮਾਫ ਕਰਨਾ। ਸੰਜੇ ਕਪੂਰ ਜੀ ਤੁਹਾਡਾ ਬਹੁਤ ਧੰਨਵਾਦ। ਕੌਣ ਕਰ ਰਿਹਾ ਡਰਾਮਾ, ਅਸੀਂ ਇੱਕੋ ਸਵਾਲ ਕੀਤਾ ਸੀਗਾ, ਤੁਸੀਂ ਸਾਰਿਆਂ ਨੇ ਦੇਖ ਲਿਆ। ਅੱਜ ਤਾਂ ਮੈਨੂੰ ਹਸਾ ਵੀ ਦਿੱਤਾ ਇਹਨਾਂ ਨੇ। ਹੁਣ ਪਤਾ ਨਹੀਂ ਕੱਲ ਇਹ ਪੰਜਾਬ ਨੂੰ ਸੰਜੀਦਾ ਕੁਝ ਦੇਣਗੇ ਜਾਂ ਨਹੀਂ ਦੇਣਗੇ, ਪੋਲੀਟੀਕਲ ਪਾਰਟੀਆਂ ਦਾ ਸਟੈਂਡ ਕੀ ਹੁੰਦਾ ਮੌਕੇ ਤੇ ਪਤਾ ਲੱਗਦਾ ਹੁੰਦਾ। ਜਿੱਦਣ ਇਹ ਸੈਸ਼ਨ ਅਨਾਊਂਸ ਹੋਇਆ ਸੀਗਾ ਕਹਿੰਦੇ ਸੀ ਅਸੀਂ ਜਾਵਾਂਗੇ, ਅਸੀਂ ਪਰਦਾਫਾਸ਼ ਕਰਾਂਗੇ, ਦੱਸਾਂਗੇ। ਹੁਣ ਕਹਿੰਦੇ ਅਸੀਂ ਸੋਚਾਂਗੇ। ਡਰਾਮਾ ਕੌਣ ਕਰ ਰਿਹਾ? ਫੈਸਲਾ ਤੁਸੀਂ ਕਰਨਾ, ਕਿਉਂਕਿ ਇਹ ਪੈਸਾ ਤੁਹਾਡਾ, ਲੱਖਾਂ ਰੁਪਇਆ
ਤੁਹਾਡਾ ਲੱਗਣਾ ਸੈਸ਼ਨ ਤੇ ਸਮਾਂ ਵੀ ਤੁਹਾਡਾ ਲੱਗਣਾ, ਇਹ ਨੁਮਾਇੰਦੇ ਵੀ ਤੁਹਾਡੇ ਹੈ ਤੇ ਫੈਸਲਾ ਤੁਸੀਂ ਕਰਨਾ ਡਰਾਮੇਬਾਜ਼ ਕੌਣ ਹੈ, ਵੱਡਾ ਕੌਣ ਹੈ, ਛੋਟਾ ਕੌਣ ਹੈ, ਮੈਨੂੰ ਜ਼ਰੂਰ ਦੱਸ ਦਿਓ। ਬਹੁਤ ਧੰਨਵਾਦ।